ਸਾਧ ਸੰਗਤ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਥਾ ਵਿਚਾਰ ਚੱਲ ਰਹੀ ਹੈ ਲੜੀਵਾਰ। ਹੁਣ ਕੱਲ੍ਹ ਅਸੀਂ ਕਥਾ ਵਿਚਾਰ ਭਾਰਤ ਦੀ ਰਾਜਸੀ ਦਿਸ਼ਾ ਤੇ ਇੱਕ ਝਾਤ। ਸਾਰੇ ਹਿੰਦੂ ਮੁਸਲਮਾਨ ਸਾਰੇ ਬਗਾਵਤ ਕਰੀ ਬੈਠੇ ਸੀ। ਰੰਗਜੇਬ ਬਹੁਤ ਤੰਗ ਕਰ ਰਿਹਾ ਸੀ ਹਿੰਦੂਆਂ ਨੂੰ। ਹੁਣ ਜਿਹੜਾ ਅਲਪ ਖਾਂ ਦੀ ਰਾਜਿਆਂ ਦੇ ਨਾਲ ਲੜਾਈ ਹੈ, ਅਲਪ ਖਾਂ ਦੀ ਦੱਖਣ ਵੱਲੋਂ ਵਿਹਲਾ ਹੋ ਕੇ ਰੰਗਜੇਬ ਨੇ ਪੰਜਾਬ ਵੱਲ ਖਿਆਲ ਕੀਤਾ ਅਤੇ ਪਹਾੜੀ ਰਾਜਿਆਂ ਨੂੰ ਸੋਧਣ ਦੀ ਸਲਾਹ ਪੱਕੀ ਕਰ ਲਈ। ਉਸ ਨੇ ਮੀਆਂ ਖਾਂ ਨੂੰ ਫੌਜ ਦੇ ਕੇ ਪੰਜਾਬ ਵੱਲ ਤੋਰ ਦਿੱਤਾ। ਉਸ ਦੇ ਨਾਲ ਉਸਦਾ ਭਤੀਜਾ ਅਲਫ ਖਾਂ ਸੀ। ਪਹਿਲਾਂ ਇਹ ਸਾਰੀ ਫੌਜ ਲਾਹੌਰ ਪੁੱਜੀ। ਉਸ ਵੇਲੇ ਲਾਹੌਰ ਦਾ ਸੂਬੇਦਾਰ ਦਿਲਾਵਰ ਖਾਂ ਸੀ। ਲਾਹੌਰ ਪੁੱਜਣ ਤੋਂ ਦਿਲਾਵਰ ਖਾਂ ਨੇ ਮੀਆਂ ਖਾਂ ਨੂੰ ਸਲਾਹ ਦਿੱਤੀ ਕਿ ਮੁਗਲ ਫੌਜ ਦੇ ਦੋ ਹਿੱਸੇ ਕੀਤੇ ਜਾਣ। ਇੱਕ ਹਿੱਸਾ ਰਾਵੀ ਪਾਰ ਹੋਵੇ ਅਤੇ ਦੂਸਰਾ ਕਾਂਗੜੇ ਨੂੰ। ਮਾਮਲਾ ਕੋਈ ਜੰਗੀਰਦਾਰ ਅਤੇ ਰਾਖਾ ਨਹੀਂ ਦੇਖ ਰਿਹਾ। ਹੌਲੀ ਹੌਲੀ ਪਾਤਸ਼ਾਹੀ ਸੀ, ਸਾਰਿਆਂ ਕੋਲ ਫੌਜ ਸੀ ਅਤੇ ਸਾਰਿਆਂ ਪਾਸ ਹਥਿਆਰ ਸਨ। ਸੂਬੇਦਾਰ ਕੋਲ ਫੌਜ ਥੋੜ੍ਹੀ ਹੁੰਦੀ ਸੀ। ਬਦਅਮਨੀ ਦਾ ਸਮਾਂ ਸੀ, ਇੱਕ ਦੂਜੇ ਨਾਲ ਲੋਕ ਲੜੀ ਜਾ ਰਹੇ ਸੀ। ਸਮਾਂ ਬਹੁਤ ਗਲਤ ਸੀ, ਬਦਅਮਨੀ ਸੀ। ਮੀਆਂ ਖਾਂ ਦਾ ਦਰਿਆ ਰਾਵੀ ਤੋਂ ਪਾਰ ਹੋ ਕੇ ਪੱਛਮੀ ਪੰਜਾਬ ਨੂੰ ਚਲਿਆ ਗਿਆ। ਉਹਦਾ ਭਤੀਜਾ ਤਕੜਾ ਫੌਜੀ ਦਸਤਾ ਲੈ ਕੇ ਕਾਂਗੜੇ ਨੂੰ ਸਿੱਧਾ ਹੋ ਗਿਆ। ਨੂਰਪੁਰ ਤੋਂ ਅੱਗੇ ਲੰਘ ਕੇ ਉਸਨੇ ਕਾਂਗੜੇ ਦੇ ਰਾਜੇ ਵੱਲ ਚਿੱਠੀ ਲਿਖੀ ਕਿ ਮਾਮਲਾ ਪੇਸ਼ ਕਰੋ, ਛੇਤੀ ਕਰੋ ਮਾਮਲੇ ਨੂੰ। ਕਾਂਗੜੇ ਦਾ ਰਾਜਾ ਉਸ ਵੇਲੇ ਕਿਰਪਾਲ ਚੰਦ ਕਟੌਚ ਸੀ। ਇਹ ਬਹੁਤ ਡਰਾਕਲ ਅਤੇ ਵਤਨ ਧਰੋਹੀ ਸੀ। ਕਟੌਚ ਚੰਦ ਰਾਜਾ ਸੀ ਜਿਹੜਾ, ਉਸ ਵੇਲੇ ਕਿਰਪਾਲ ਚੰਦ ਕਟੌਚ ਸੀ ਅਤੇ ਇਹ ਬਹੁਤ ਡਰਾਕਲ ਅਤੇ ਵਤਨ ਧਰੋਹੀ ਸੀ। ਅਲਫ ਖਾਂ ਦਾ ਸੁਨੇਹਾ ਸੁਣ ਕੇ ਘਾਬਰ ਗਿਆ। ਇੱਕ ਦੂਜੇ ਤੋਂ ਤਕੜੇ ਰਾਜਿਆਂ ਦਾ ਜਦੋਂ ਸੁਨੇਹਾ ਆਉਂਦਾ ਸੀ ਨਾ, ਉਹਨੂੰ ਦੇਖ ਕੇ ਘਬਰਾ ਵੀ ਜਾਂਦੇ ਸੀ ਰਾਜੇ। ਇਸ ਨੇ ਰਾਜੇ ਦਿਆਲ ਚੰਦ ਪਾਸੋਂ ਸਲਾਹ ਪੁੱਛੀ ਦੂਸਰੇ ਰਾਜੇ ਤੋਂ। ਉਸ ਨੇ ਕਿਹਾ ਲੜਨ ਦੀ ਥਾਂ ਚਲਾਕੀ ਨਾਲ ਬਚਣਾ ਚਾਹੀਦਾ। ਕਹਿੰਦਾ ਲੜਨਾ ਨਹੀਂ ਚਾਹੀਦਾ, ਇੱਥੇ ਕੋਈ ਚਲਾਕੀ ਖੇਡ। ਕੁਝ ਰਕਮ ਦਿੱਤੀ ਜਾਵੇ ਅਤੇ ਦੂਸਰਾ ਕਿਹਾ ਜਾਵੇ ਕਿ ਅਸਾਂ ਸਰਦਾਰ ਰਾਜਾ ਭੀਮ ਚੰਦ ਹੈ ਜੋ ਉਸ ਨੂੰ ਸਾਰਾ ਮਾਮਲਾ ਅਸੀਂ ਉਹਨੂੰ ਦੇ ਦੇਵਾਂਗੇ, ਬਾਕੀ ਦਾ ਰਹਿੰਦਾ ਸੀ ਉਹਨੂੰ ਦੇ ਦਾਂਗੇ। ਅਸਲ ਦਾ ਸਰਦਾਰ ਰਾਜਾ ਭੀਮ ਚੰਦ ਹੈ। ਜੇ ਉਹ ਸਾਰਾ ਮਾਮਲਾ ਦੇ ਦੇਵੇ ਤਾਂ ਅਸੀਂ ਵੀ ਔਖੇ ਸਖਾਲੇ ਹੋ ਕੇ ਮਾਮਲਾ ਤਾਰ ਦੇਵਾਂਗੇ। ਹੁਣ ਰਾਜਾ ਭੀਮ ਚੰਦ ਮੁਕਾਬਲਾ ਕਰੇਗਾ ਤਾਂ ਅਸੀਂ ਅਲਫ ਖਾਂ ਦੀ ਮਦਦ ਕਰਾਂਗੇ। ਇਸ ਚਲਾਕੀ ਤੋਂ ਬਿਨਾਂ ਬਚ ਨਹੀਂ ਸਕਦੇ। ਰਾਜਾ ਕਿਰਪਾਲ ਚੰਦ ਸਲਾਹ ਤਾਂ ਕਹਿੰਦਾ ਤੁਸਾਂ ਦੀ ਠੀਕ ਆ, ਨੇਕ ਹੈ। ਇਸ ਤਰ੍ਹਾਂ ਕਰੀਏ, ਚਲੋ ਉਸ ਵੱਲ ਆਪ ਚੱਲ ਗਏ। ਵਜ਼ੀਰ ਕਹਿੰਦਾ ਨਹੀਂ, ਵਜ਼ੀਰ ਨੂੰ ਪਹਿਲਾਂ ਭੇਜ ਗਏ। ਕਹਿੰਦੇ ਰਾਜਾ ਕਹਿੰਦਾ ਪਹਿਲਾਂ ਵਜ਼ੀਰ ਨੂੰ ਭੇਜ ਗਏ। ਇਸੇ ਤਰ੍ਹਾਂ ਹੀ ਸਹੀ, ਪਰ ਲੋਕੀ ਕਹਿਣਗੇ ਵਤਨ ਧਰੋਹੀ ਹੈ, ਫਿਰ ਕੋਈ ਕੁਝ ਨਹੀਂ ਆਖੇਗਾ ਅਤੇ ਨਾ ਕਿਸੇ ਦੇ ਆਖਣ ਦੀ ਪਰਵਾਹ ਕਰਨੀ ਹੈ। ਬੁਲਾ ਭਰਾ ਆਪਣਾ ਸੋਚਣਾ ਚਾਹੀਦਾ
ਨੀਤੀ ਇਹ ਕਹਿੰਦੀ ਆ ਕਿ ਤਕੜੇ ਦੁਸ਼ਮਣ ਕੋਲੋਂ ਚਲਾਕੀ ਨਾਲ ਬਚਣਾ ਚਾਹੀਦਾ ਹੈ। ਰਾਜੇ ਦਿਆਲ ਚੰਦ ਨੇ ਜਵਾਬ ਦਿੱਤਾ, ਇਹ ਤਾਂ ਠੀਕ ਹੈ, ਫਿਰ ਵੀ ਦੇਸ਼ ਕਾਲ ਦਾ ਖਿਆਲ ਰੱਖਣਾ ਚਾਹੀਦਾ, ਫਿਰ ਵੀ ਲੋਕਾਂ ਤੇ ਭਰਾਵਾਂ ਵਿੱਚ ਜਿਉਣਾ ਹੋਇਆ, ਲੋਕਾਂ ਵਿੱਚ ਜਿਉਣ ਬਦਲੇ ਅਨਿਆਈ ਮੌਤ ਮਰ ਜਾਣਾ ਵੀ ਠੀਕ ਨਹੀਂ ਹੈ। ਛੇਤੀ ਕਰ ਵਜ਼ੀਰ ਨੂੰ ਭੇਜ, ਸਲਾਹ ਵਾਸਤੇ ਹੱਥ ਵਧਾ। ਹੁਣ ਰਾਜੇ ਦਿਆਲ ਚੰਦ ਦੀ ਗੱਲ ਮੰਨ ਕੇ ਕਿਰਪਾਲ ਚੰਦ ਨੇ ਅਲਫ ਖਾਂ ਵੱਲ ਆਪਣਾ ਵਜ਼ੀਰ ਰਾਜਦੂਤ ਬਣਾ ਕੇ ਭੇਜ ਦਿੱਤਾ। ਹੁਣ ਵਜ਼ੀਰ ਨੇ ਅਲਫ ਖਾਂ ਅਤੇ ਦਿਆਲ ਚੰਦ ਅਤੇ ਕਿਰਪਾਲ ਚੰਦ ਵਿਚਾਲੇ ਮੁਲਾਕਾਤ ਕਰਾਈ, ਸੰਧੀ ਕਰਾ ਦਿੱਤੀ। ਜਦੋਂ ਮੁਲਾਕਾਤ ਹੋਈ ਤਾਂ ਚੌਥਾ ਹਿੱਸਾ ਮਾਮਲਾ ਦੇ ਦਿੱਤਾ ਅਤੇ ਹਿੰਦੂ ਰਾਜਿਆਂ ਦੇ ਵਿਰੁੱਧ ਯੁੱਧ ਹੋਵੇ ਤਾਂ ਅਲਫ ਖਾਂ ਦੀ ਸਹਾਇਤਾ ਕਰਨ ਦਾ ਉਸ ਨੂੰ ਭਰੋਸਾ ਦਿਵਾਇਆ ਅਤੇ ਸਮਝੌਤਾ ਹੋ ਗਿਆ। ਇਸ ਸਮਝੌਤੇ ਨੇ ਅਲਫ ਖਾਂ ਨੂੰ ਬਹੁਤ ਖੁਸ਼ੀ ਬਖਸ਼ੀ, ਕਿਉਂਕਿ ਮੁਗਲ ਜਿਸ ਵੀ ਹਿੰਦੂ ਰਾਸ਼ਟਰੀ ਸ਼ਕਤੀ ਨੂੰ ਜਾਂ ਜਾਤੀ ਨੂੰ ਨਸ਼ਟ ਕਰਦੇ ਸਨ, ਤਦੋਂ ਉਸ ਜਾਤੀ ਦੇ ਆਦਮੀਆਂ ਨੂੰ ਖਰੀਦ ਕੇ ਹੀ ਕਰਦੇ ਸਨ। ਇਹ ਰਿਵਾਜ ਸਿਕੰਦਰ ਨੇ ਸ਼ੁਰੂ ਕੀਤਾ ਸੀ। ਬਾਦਸ਼ਾਹ ਸਿਕੰਦਰ ਨੇ ਮੁਹੰਮਦ ਗੌਰੀ ਮਹਿਮੂਦ ਗਜ਼ਨਵੀ ਵੇਲੇ ਪੱਕਾ ਹੋ ਗਿਆ ਸੀ। ਅਕਬਰ ਨੇ ਮਾਨ ਸਿੰਘ ਜੈਪੁਰੀਏ ਦੀ ਭੈਣ ਨੂੰ ਵਿਆਹ ਕੇ ਅਤੇ ਮਾਨ ਸਿੰਘ ਨੂੰ ਖਰੀਦ ਕੇ ਸਾਰੇ ਵੱਡੇ ਹਿੰਦੂ ਰਾਜਿਆਂ ਨੂੰ ਗੁਲਾਮ ਕਰ ਲਿਆ ਸੀ। ਕਈਆਂ ਰਾਜਿਆਂ ਦਾ ਤਾਂ ਖੁਰਾ ਖੋਜ ਮਿਟਾ ਦਿੱਤਾ ਸੀ। ਹੁਣ ਮਾਨ ਸਿੰਘ ਦੀ ਰਾਹੀਂ ਅਕਬਰ ਨੇ ਚਿਤੌੜ ਵਰਗੀਆਂ ਮਹਾਨ ਸੁਤੰਤਰ ਹਿੰਦੂ ਰਿਆਸਤਾਂ ਨੂੰ ਫਤਿਹ ਕੀਤਾ। ਸਾਰੇ ਮੁਗਲ ਅਤੇ ਪਠਾਨ ਬਾਦਸ਼ਾਹ ਪਾਸ ਹਿੰਦੂ ਨੌਕਰ ਸਨ ਜੋ ਵਤਨ ਨਾਲ ਧਰੋ ਕਮਾਉਂਦੇ ਸੀ। ਅਲਫ ਖਾਂ ਨੇ ਮਨ ਹੀ ਮਨ ਕਿਹਾ, ਮੌਜ ਬਣ ਗਈ। ਹਿੰਦੂ ਲੜਨਗੇ, ਫਤਿਹ ਮੇਰੀ ਹੋਵੇਗੀ। ਜੇ ਬਿਨਾਂ ਲੜਾਈ ਤੋਂ ਮਾਮਲਾ ਵਸੂਲ ਹੋ ਜਾਵੇਗਾ ਤਾਂ ਵੀ ਲਾਭ ਹੈ। ਕਾਫਰ ਨਾਲ ਕਾਫਰ ਨੂੰ ਲੜਾ ਕੇ ਕਾਫਰ ਦੀ ਸ਼ਕਤੀ ਨਸ਼ਟ ਕਰਨ ਵਿੱਚ ਮੈਂ ਕਾਮਯਾਬ ਹੋਵਾਂਗਾ। ਹੁਣ ਬਾਦਸ਼ਾਹ ਸੁਣ ਕੇ ਬਹੁਤ ਖੁਸ਼ ਹੋਇਆ। ਅਲਫ ਖਾਂ ਨੇ ਕਾਂਗੜ ਤੋਂ ਕੂਚ ਕੀਤਾ ਅਤੇ ਨਦੌਣ ਦੇ ਰਾਜੇ ਲਾਗੇ ਨਦੀ ਕਿਨਾਰੇ ਜਾ ਡੇਰੇ ਲਾਏ। ਤੰਬੂ ਲਾ ਕੇ ਡੇਰਾ ਪੱਕਾ ਕਰਕੇ ਉਸ ਰਾਜੇ ਭੀਮ ਚੰਦ ਵੱਲ ਇੱਕ ਸੁਨੇਹਾ ਭੇਜਿਆ। ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਨਾਲ ਮੈਂ ਮਾਮਲਾ ਵਸੂਲ ਕਰਨ ਵਾਸਤੇ ਆਇਆ ਹਾਂ। ਤੁਸੀਂ ਆਪਣੇ ਮਾਮਲੇ ਦੀ ਰਕਮ ਜੋ 3 ਸਾਲ ਦੀ ਹੈ ਹੁਣੇ ਇੱਥੇ ਭੇਜ ਦੇਵੋ। ਜੇਕਰ ਰਕਮ ਸਾਰੀ ਨਾ ਆਈ ਤਾਂ ਤੁਸਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਜਾਂ ਦਿੱਲੀ ਪਹੁੰਚਾਇਆ ਜਾਵੇਗਾ ਅਤੇ ਮਾਮਲੇ ਦੀ ਰਕਮ ਤੁਸਾਂ ਦੇ ਰਾਜ ਤੋਂ ਵਸੂਲ ਕਰ ਲਈ ਜਾਵੇਗੀ। ਢਿੱਲ ਮੱਠ ਕਰਨ ਦਾ ਮਤਲਬ ਇਹ ਸਮਝਿਆ ਜਾਵੇਗਾ ਕਿ ਤੁਸੀਂ ਰਕਮ ਨਹੀਂ ਦੇਣਾ ਚਾਹੁੰਦੇ ਅਤੇ ਟਾਲ ਮਟੋਲ ਕਰਕੇ ਟਾਲਣਾ ਚਾਹੁੰਦੇ ਹੋ। ਫਿਰ ਵੀ ਰਿਆਸਤ ਉੱਤੇ ਚੜ੍ਹਾਈ ਕੀਤੀ ਜਾਵੇਗੀ ਅਤੇ ਬਾਦਸ਼ਾਹ ਸਲਾਮ ਨੂੰ ਲਿਖ ਦਿੱਤਾ ਜਾਵੇਗਾ। ਮੁਗਲ ਫੌਜ ਸਾਰੀ ਪਹਾੜਾਂ ਦੇ ਉੱਤੇ ਚੜ੍ਹਾਈ ਕਰ ਦੇਵੇਗੀ।
ਬਸ ਇਹ ਪਹਿਲਾ ਤੇ ਅੰਤਮ ਹੁਕਮ ਹੈ। ਜਦੋਂ ਇਹ ਸੁਨੇਹਾ ਰਾਜਾ ਭੀਮ ਚੰਦ ਦੇ ਕੋਲ ਪੁੱਜਿਆ ਤਾਂ ਉਹ ਗਰਮ ਹੋ ਗਿਆ। ਮਾਮਲਾ ਕਦੀ ਨਹੀਂ ਦਿੱਤਾ ਜਾਵੇਗਾ। ਆਇਆ ਹੈ ਵੱਡਾ ਮਾਮਲਾ ਵਸੂਲ ਕਰਨ ਵਾਲਾ। ਮਾਰ ਕੁੱਟ ਕੇ ਦੁੰਮਾ ਬਣਾ ਦੇਵਾਂਗੇ। ਕਦੀ ਲਿਹਾਜ਼ ਨਹੀਂ ਕੀਤਾ ਜਾਵੇਗਾ। ਮੁਗਲਾਂ ਦੀ ਗੁਲਾਮੀ ਦਾ ਜੂਲਾ ਲਾ ਕੇ ਸੁੱਟ ਦਿੱਤਾ ਹੈ। ਹੁਣ ਅਸੀਂ ਸੁਤੰਤਰ ਹਾਂ। ਸੁਤੰਤਰ ਜਿਹੜਾ ਚਿੱਠੀ ਲਿਆਇਆ ਸੀ ਉਸ ਨੂੰ ਕੋਰਾ ਜਵਾਬ ਦੇਣ ਦੀ ਥਾਂ ਨੀਤੀ ਤੋਂ ਕੰਮ ਲਿਆ। ਉਸ ਨੂੰ ਠੰਡੇ ਚਿੱਤ ਨਾਲ ਕਿਹਾ ਕਿ ਉਹ ਅਲਫ ਖਾਂ ਨੂੰ ਜਾ ਕੇ ਆਖ ਦੇਵੇ ਕਿ ਮਾਮਲਾ ਛੇਤੀ ਹੀ ਪਹੁੰਚ ਜਾਵੇਗਾ। ਕੋਈ ਫਿਕਰ ਨਾ ਕਰਨਾ, ਰਕਮ ਭਾਰੀ ਹੈ। 3-4 ਦਿਨ ਵਿੱਚ ਇਕੱਠੀ ਕਰਕੇ ਭੇਜੀ ਜਾਵੇਗੀ। ਦੂਸਰੇ ਪਾਸੇ ਰਾਜੇ ਭੀਮ ਚੰਦ ਨੇ 4-5 ਪਹਾੜੀ ਰਾਜੇ ਪਿਰਥੀ ਚੰਦ ਡਡਵਾਲੀਆ, ਰਾਮ ਸਰਨ ਹੰਡੂਰੀਆ, ਰਾਜਾ ਰਾਮ ਸਿੰਘ ਤੇ ਰਾਜਾ ਉਦੇ ਸਿੰਘ ਆਦਿਕ ਨੂੰ ਇਕੱਠੇ ਕਰਕੇ ਪ੍ਰੇਰਿਆ ਕਿ ਅਲਫ ਖਾਂ ਨੂੰ ਮਾਰ ਕੁੱਟ ਕੇ ਨਠਾ ਦੇਈਏ, ਭਜਾ ਦੇਈਏ। ਮਾਮਲੇ ਦੀ ਰੀਤ ਨਹੀਂ ਪਾਉਣੀ ਚਾਹੀਦੀ। ਇਹ ਤੰਗ ਕਰੇਗੀ। ਤੀਸਰੇ ਦਿਨ ਕੋਈ ਨਾ ਕੋਈ ਮੁਗਲ ਫੌਜਦਾਰ ਚੜ੍ਹਾਈ ਕਰਕੇ ਆ ਜਾਇਆ ਕਰੇਗਾ। ਇਹ ਰੀਤ ਨਾ ਪਾਈਏ। ਰਾਜਾ ਰਾਮ ਸਿੰਘ ਨੇ ਕਿਹਾ, ਗੱਲ ਤਾਂ ਤੇਰੀ ਠੀਕ ਹੈ, ਪਰ ਬਾਦਸ਼ਾਹ ਸਲਾਮ ਦੀ ਫੌਜ ਦੇ ਇੱਕ ਦਸਤੇ ਨਾਲ ਮੁਕਾਬਲਾ ਕਰਨ ਦਾ ਭਾਵ ਕਿ ਬਾਦਸ਼ਾਹ ਦੀ ਫੌਜ ਉੱਤੇ ਹਮਲਾ ਹੈ। ਉਹ ਹਿੰਦੁਸਤਾਨ ਦਾ ਬਾਦਸ਼ਾਹ ਹੈ। ਉਸ ਕੋਲ ਫੌਜ ਬਹੁਤੀ ਹੈ। ਜੇਕਰ ਮਾਮਲਾ ਵੱਧ ਗਿਆ ਤਾਂ ਹੋ ਸਕਦਾ ਜਿਵੇਂ ਤੁਸਾਂ ਦੇ ਪਿਤਾ ਜੀ ਜਹਾਂਗੀਰ ਸਮੇਂ ਕੈਦ ਰਹੇ ਸਨ, ਤਿਵੇਂ ਸਾਨੂੰ ਬੰਦੀਖਾਨੇ ਵਿੱਚ ਸੁੱਟ ਦੇਵੇਗਾ। ਇਹ ਕਦਮ ਚੁੱਕਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ। ਸੋਚਣ ਵਾਲਾ ਮਾਮਲਾ ਹੈ। ਕਾਹਲ ਨਾਲ ਨੁਕਸਾਨ ਹੋਣ ਦਾ ਭੈ ਹੈ। ਡਰਨਾ ਨਹੀਂ ਚਾਹੀਦਾ। ਬਾਦਸ਼ਾਹ ਹੋਰ ਮਾਮਲਿਆਂ ਵਿੱਚ ਰੁੱਝਿਆ ਹੈ। ਉਸ ਨੂੰ ਵਿਹਲ ਹੀ ਨਹੀਂ ਕਿ ਉਹ ਫੌਜ ਭੇਜੇ। ਡਰੋ ਨਾ, ਫੌਜ ਨੂੰ ਇਕੱਠੀ ਕਰੋ ਤੇ ਨਦਾਉਣ ਵੱਲ ਵਧੋ। ਇਹਨਾਂ ਪਹਾੜਾਂ ਵਿੱਚੋਂ ਇਹਦੀਆਂ ਹੱਡੀਆਂ ਨਹੀਂ ਜਾਣੀਆਂ ਚਾਹੀਦੀਆਂ। ਰਾਜਾ ਭੀਮ ਚੰਦ ਦਾ ਬੋਲ ਸੀ, ਬੋਲਿਆ ਹੋਇਆ ਬੋਲ ਸੀ ਇਹ। ਆਖਰ ਲੜਾਈ ਦਾ ਫੈਸਲਾ ਹੋ ਗਿਆ। ਪਹਾੜੀ ਰਾਜਿਆਂ ਨੇ ਚੋਖੀ ਫੌਜ ਇਕੱਤਰ ਕੀਤੀ ਤੇ ਨਦਾਉਣ ਵੱਲ ਵਧੇ। ਅਲਫ ਖਾਂ ਬੜਾ ਸਿਆਣਾ ਆਦਮੀ ਸੀ। ਉਸਨੇ ਜਿਸ ਥਾਂ ਡੇਰਾ ਕੀਤਾ ਹੋਇਆ ਸੀ ਉਹ ਥਾਂ ਪਹਾੜੀ ਦਾ ਇੱਕ ਉੱਚਾ ਹਿੱਸਾ ਟਿੱਲੇ ਦੀ ਤਰ੍ਹਾਂ ਸੀ। ਬਾਹਰੋਂ ਆ ਕੇ ਦੁਸ਼ਮਣ ਉਸ ਦਾ ਨੁਕਸਾਨ ਨਹੀਂ ਕਰ ਸਕਦਾ ਸੀ। ਇੱਕ ਪਾਸੇ ਨਦੀ ਸੀ ਤੇ ਦੂਸਰੇ ਪਾਸੇ ਨੀਵੀਂ ਖੱਡ ਅਤੇ ਤੀਸਰੇ ਪਾਸੇ ਉੱਚਾ ਪਰਬਤ। ਸਿਰਫ ਇੱਕੋ ਦੱਖਣ ਦਾ ਪਾਸਾ ਸੀ ਜਿੱਥੋਂ ਦੀ ਦੁਸ਼ਮਣ ਉੱਪਰ ਜਾ ਸਕਦਾ ਸੀ। ਉਸ ਪਾਸੇ ਉਸਨੇ ਫੌਜ ਬਿਠਾਈ ਹੋਈ ਸੀ। ਮੁਗਲ ਫੌਜੀ ਖਾਨਦਾਨੀ ਲੜਨ ਵਾਲੇ ਆ। ਉਹਨਾਂ ਦੇ ਮੁਕਾਬਲੇ ਤੇ ਪਹਾੜੀਏ ਨਿਰੇ ਦਾਲ ਪੀਣੇ। ਭਲਾ ਪਹਾੜੀਆਂ ਨੇ ਮੁਗਲ ਨਾਲ ਕੀ ਲੜ ਸਕਣਾ ਸੀ, ਜਿੰਨਾ ਪੱਥਰ ਪੂਜਾ ਕੋਲ ਨਾ ਅਕਲ ਸੀ ਤੇ ਨਾ ਸ਼ਕਤੀ। ਸਾਰੇ ਰਾਜਿਆਂ ਕੋਲੋਂ ਡਰਦੇ ਮਾਰੇ ਭਰਤੀ ਹੋਏ ਸਨ। ਉਹ ਕੋਈ ਲੋਭ ਨਾਲ ਭਰਤੀ ਨਹੀਂ ਸਨ ਹੋਏ।
ਉਹਨਾਂ ਨੂੰ ਲੜਾਈ ਦਾ ਚਾਅ ਨਹੀਂ ਸੀ। ਅਲਫ ਖਾਂ ਨਾਲ ਜਾ ਮੱਥਾ ਲਾਇਆ। ਤੀਰ ਗੋਲੀ ਤੇ ਨੇਜੇ ਦੀ ਲੜਾਈ ਸੀ। ਪਹਾੜੀਏ ਹੇਠਾਂ ਸਨ ਤੇ ਅਲਫ ਖਾਂ ਦੀ ਫੌਜ ਉੱਚੀ ਥਾਂ ਸੀ। ਪਹਾੜੀਆਂ ਦਾ ਬਹੁਤ ਨੁਕਸਾਨ ਹੋਣ ਲੱਗਿਆ। ਉਹ ਉੱਪਰ ਚੜ੍ਹਨ ਦਾ ਯਤਨ ਕਰਦੇ ਤਾਂ ਅੱਗੋਂ ਮਾਰ ਖਾ ਕੇ ਹੇਠਾਂ ਡਿੱਗਦੇ। ਜਿਹੜੇ ਵਾਰ ਕਰਦੇ ਉਹ ਮੁਗਲ ਫੌਜ ਤੱਕ ਨਾ ਪਹੁੰਚਦੇ। ਰੌਲਾ ਮੱਚ ਗਿਆ। ਪਹਾੜੀਏ ਮਰਨ ਲੱਗੇ। ਰਾਜੇ ਬਹੁਤ ਲਲਕਾਰਦੇ, ਹੌਸਲੇ ਦਿੰਦੇ, ਪਰ ਮੁੱਠੀ ਭਰ ਮੁਗਲ ਉਹਨਾਂ ਦੀ ਪੇਸ਼ ਨਾ ਕੋਈ ਜਾਣ ਦਿੰਦੇ। ਆ ਸਮਝ ਬੇਸਮਝੇ ਪਹਾੜੀਆਂ ਨੇ ਇਹ ਵੀ ਨਹੀਂ ਸੋਚਿਆ ਕਿ ਦੁਸ਼ਮਣ ਨੂੰ ਹੇਠਾਂ ਉਤਰ ਲੈਣ ਦੇਣ ਜਾਂ ਲੜਾਈ ਦਾ ਮੈਦਾਨ ਹੋਰ ਕਿਸੇ ਥਾਂ ਬਣਾਉਂਦੇ। ਚੰਗਾ ਤਾਂ ਸੀ ਕਿ ਮਾਮਲੇ ਦਾ ਜਵਾਬ ਦੇ ਕੇ ਆਪ ਆਪਣੇ ਕਿਲੇ ਵਿੱਚ ਰਹਿੰਦੇ। ਅਲਫ ਖਾਂ ਹਮਲਾ ਕਰਦਾ, ਉਹਦੀ ਫੌਜ ਖੁੱਲ੍ਹੇ ਮੈਦਾਨ ਵਿੱਚ ਖਿੱਲਰ ਜਾਂਦੀ, ਫੇਰ ਤਾਂ ਠੀਕ ਸੀਗਾ। ਪਰਦੇਸੀ ਫੌਜ ਤਬਾਹ ਕਰਨੀ ਔਖੀ ਨਹੀਂ ਸੀ, ਪਰ ਕੁਦਰਤੀ ਮੋਰਚੇ ਵਿੱਚ ਬੈਠੀ ਫੌਜ ਨੂੰ ਹਿਲਾਉਣਾ ਬਹੁਤ ਔਖਾ, ਕਿਉਂਕਿ ਉਸ ਵੇਲੇ ਲੜਾਈਆਂ ਹੱਥੋਂ ਹੱਥੀ ਦੀਆਂ ਸਨ। ਕਿਰਪਾਨਾਂ ਦੀਆਂ, ਨੇਜੇ ਵਰਸਿਆਂ ਦੀਆਂ, ਤੀਰਾਂ ਦੀਆਂ। ਨੇਜੇ ਤੇ ਤਲਵਾਰ ਦੀ ਲੜਾਈ ਬਹੁਤੀ ਸੀ। ਬੰਦੂਕਾਂ ਹੈ ਸਨ, ਪਰ ਉਹ ਅੱਜ ਕੱਲ੍ਹ ਵਰਗੀਆਂ ਨਹੀਂ ਸਨ। ਤੋਪ ਦੀ ਵਰਤੋਂ ਘੱਟ ਹੁੰਦੀ ਸੀ। ਪਹਾੜੀ ਫੌਜ ਸਾਰਾ ਦਿਨ ਧਾਣਾ ਵਾਂਗ ਭੁੱਜਦੀ ਰਹੀ। ਸੈਂਕੜੇ ਜਵਾਨ ਮਰ ਗਏ, ਪਰ ਮੋਰਚਾ ਇੰਚ ਵੀ ਫਤਿਹ ਨਾ ਹੋਇਆ। ਉੱਪਰੋਂ ਰਾਤ ਸਿਰ ਉੱਤੇ ਆ ਗਈ। ਹੌਲੀ ਹੌਲੀ ਸੂਰਜ ਲੁਕ ਗਿਆ ਤੇ ਹਨੇਰੇ ਨੇ ਆਪਣੀ ਕਾਲੀ ਚਾਦਰ ਸਾਰੇ ਤਾਣ ਦਿੱਤੀ। ਹਨੇਰਾ ਹੋ ਗਿਆ, ਲੜਾਈ ਰੁਕ ਗਈ। ਰਾਤ ਲੜਾਈ ਕਰਨ ਦਾ ਦੋਹਾਂ ਹੀ ਧਿਰਾਂ ਨੂੰ ਹੌਸਲਾ ਨਹੀਂ ਸੀ। ਦੋਵੇਂ ਧਿਰਾਂ ਥੱਕ ਗਏ ਸਨ, ਜਾਨ ਨਹੀਂ ਰਹੀ ਸੀ। ਹਨੇਰੇ ਵਿੱਚ ਪਹਾੜੀ ਰਾਜਿਆਂ ਦੀ ਇਕੱਤਰਤਾ ਹੋਈ। ਸਾਰੇ ਦਿਨ ਦੇ ਭਾਰੀ ਨੁਕਸਾਨ ਨੇ ਉਹਨਾਂ ਦੇ ਦਿਲ ਤੋੜ ਸੁੱਟੇ ਸੀ। ਉਹ ਸੋਚਣ ਲੱਗੇ ਕਿ ਹੁਣ ਕੀ ਕਰੀਏ। ਪਹਾੜੀ ਰਾਜੇ, ਹਿੰਦੂ ਰਾਜੇ ਸੋਚਣ ਲੱਗੇ ਵੀ ਹੁਣ ਕੀ ਕਰੀਏ। ਕੀ ਉਹ ਮੈਦਾਨ ਜੰਗ ਛੱਡ ਕੇ ਘਰਾਂ ਨੂੰ ਨੱਠ ਜਾਣ ਜਾਂ ਚਿੱਟੇ ਝੰਡੇ ਖੜ੍ਹੇ ਕਰ ਦੇਣ, ਕਿਸ ਕੋਲੋਂ ਸਹਾਇਤਾ ਪ੍ਰਾਪਤ ਕਰਨ। ਹਨੂੰਮਾਨ ਦੇ ਜਾਪ ਕਰਾਏ। ਜਵਾਲਾ ਜੀ ਤੇ ਲਾਟਾਂ ਵਾਲੀ ਤੇ ਕਾਂਗੜੇ ਵਾਲੀ ਦੇਵੀ ਦੀ ਸੁੱਖਣਾ ਬਹੁਤ ਸੁੱਖੀਆਂ ਉਹਨਾਂ ਨੇ, ਬਈ ਹਨੂੰਮਾਨ ਸਾਨੂੰ ਬਚਾ ਦੂਗਾ, ਦੇਵੀ ਬਚਾ ਦੂਗੀ। ਪੱਥਰ ਪੂਜਾ ਕਰਨ ਲੱਗੇ, ਪਰ ਕਿਸੇ ਪਾਸਿਓਂ ਹਾਂ ਨਾ ਹੋਈ ਕਿ ਉਸ ਦੀ ਸਹਾਇਤਾ ਹੁੰਦੀ ਹੈ। ਸਦੀਆਂ ਤੋਂ ਦੇਵੀਆਂ ਤੇ ਭਰੋਸਾ ਰੱਖੀ ਆਉਂਦੇ ਸਨ। ਉਹਨਾਂ ਦੇ ਪੂਰਬ ਬਣਾ ਕੇ ਮੰਦਰਾਂ ਵਿੱਚ ਸੋਨਾ ਲਵਾ ਕੇ ਅਤੇ ਹਜ਼ਾਰਾਂ ਬੱਕਰਿਆਂ ਦੀਆਂ ਕੁਰਬਾਨੀਆਂ ਦੇ ਕੇ ਰੱਜੇ ਨਹੀਂ ਸਨ। ਖਿਆਲ ਸੀ ਕਿ ਦੇਵੀ ਸਹਾਇਤਾ ਕਰੇਗੀ, ਸੁਸਰੀ ਵਾਂਗ ਸਵਾ ਦੇਵੇਗੀ ਸਾਰਿਆਂ ਨੂੰ। ਉਹਨਾਂ ਨੂੰ ਇਉਂ ਸੀ ਵੀ ਸਾਡੀ ਦੇਵੀ ਮਦਦ ਕਰੋ। ਜਦੋਂ ਸਲਾਹ ਹੋ ਰਹੀ ਸੀ, ਤਦੋਂ ਇੱਕ ਰਾਜੇ ਨੇ ਕਿਹਾ, ਕਿਉਂ ਨਾ ਆਨੰਦਪੁਰ ਵਾਲੇ ਗੁਰੂ ਨੂੰ ਆਖੀਏ ਉਹ ਸਾਡੀ ਸਹਾਇਤਾ ਕਰੇ। ਇੱਕ ਤਾਂ ਉਹ ਸ੍ਰੀ ਕ੍ਰਿਸ਼ਨ ਜੀ ਵਾਂਗ ਮਹਾਬਲੀ ਤੇ ਬ੍ਰਹਮ ਸ਼ਕਤੀ ਵਾਲਾ ਹੈ, ਦੂਸਰਾ ਉਸ ਦੇ ਪਾਸ ਦੇਸ਼ ਦੇ ਚੋਣਵੇਂ ਜਵਾਨ ਹਨ। ਉਹ ਜਵਾਨ ਜੋ ਧਰਮ ਤੇ ਦੇਸ਼ ਦੀ ਖਾਤਰ ਮਰਨ ਵਾਸਤੇ ਆਏ ਹੋਏ ਹਨ। ਐਸੇ ਸਿਰ ਲੱਥ ਜਵਾਨਾਂ ਨਾਲ ਜ਼ਰੂਰ ਜੰਗ ਜਿੱਤ ਸਕਦੇ ਹਾਂ, ਜਾਂ ਕਿਸੇ ਨਾ ਕਿਸੇ ਤਰ੍ਹਾਂ ਇਸ ਪਹਾੜੀ ਮੋਰਚੇ ਤੋਂ ਹੇਠਾਂ ਉਤਾਰ ਦਿੱਤਾ ਜਾਵੇ।
ਦੋਹਾਂ ਬਾਰੇ ਸੋਚੋ, ਜਿਹੜੀ ਵੀ ਗੱਲ ਪੂਰੀ ਹੋ ਜਾਵੇ ਉਹੀ ਚੰਗੀ ਆ। ਹੁਣ ਡਰੇ ਹੋਏ ਹਿੰਦੂ ਰਾਜੇ ਕਹਿਣ ਲੱਗੇ ਵੀ ਜਾਂ ਤਾਂ 10ਵੇਂ ਪਾਤਸ਼ਾਹ ਕੋਲੇ ਚੱਲ ਗਏ। ਹੁਣ ਆਨੰਦਪੁਰ ਵਾਲੇ ਗੁਰੂ ਜੀ ਨੂੰ ਸੱਦਣ ਦੀ ਗੱਲ ਠੀਕ ਹੈ। ਰਾਜਾ ਬੋਲਿਆ, ਅਲਫ ਖਾਂ ਇਕੱਲਾ ਨਹੀਂ, ਸਗੋਂ ਉਹਦੇ ਨਾਲ ਦੇਸ਼ ਧਰੋਈ ਕਿਰਪਾਲ ਚੰਦ ਅਤੇ ਰਾਜਾ ਦਿਆਲ ਚੰਦ ਵੀ ਹੈ, ਜਿਸ ਦੀ ਸਹਿ ਉੱਤੇ ਪੁਹਾ ਚੜ੍ਹਾਈ ਕਰਕੇ ਆਇਆ ਹੈ। ਜਦੋਂ ਆਪਣਾ ਢਿੱਡ ਫਟ ਜਾਵੇ ਫਿਰ ਦੁਸ਼ਮਣ ਨਾਲ ਲੜਨਾ ਔਖਾ ਹੈ, ਕਿਉਂਕਿ ਉਸਨੇ ਸਾਡੀ ਫੌਜ, ਕਿਲ੍ਹਾਬੰਦੀ ਅਤੇ ਮਾਲੀ ਹਾਲਾਂ ਨੂੰ ਜ਼ਰੂਰ ਅਲਫ ਖਾਂ ਨੂੰ ਦੱਸ ਦਿੱਤਾ ਹੋਵੇਗਾ। ਤਦੇ ਹੀ ਤਾਂ ਅਲਫ ਖਾਂ ਇੱਕੇ ਥਾਂ ਜੁੜ ਕੇ ਬੈਠਾ ਹੋਇਆ ਹੈ। ਜੇ ਉਸ ਨੂੰ ਗਿਆਨ ਨਾ ਕਰਾਇਆ ਹੁੰਦਾ ਤਾਂ ਜ਼ਰੂਰੀ ਸੀ ਕਿ ਉਹ ਕਹਿਲੂਰ ਦੇ ਜਾਂ ਬਿਲਾਸਪੁਰ ਦੇ ਕਿਲ੍ਹੇ ਉੱਪਰ ਹਮਲਾ ਕਰਦਾ। ਇਹ ਸੁਣਦੇ ਸਾਰ ਰਾਜਾ ਭੀਮ ਚੰਦ ਗਰਮ ਹੋ ਗਿਆ, ਕਿਉਂਕਿ ਕਿਰਪਾਲ ਚੰਦ ਉਸ ਦਾ ਭਾਈ ਲੱਗਦਾ ਸੀ। ਉਸਨੇ ਕ੍ਰੋਧ ਨਾਲ ਗਰਜ ਕੇ ਕਿਹਾ, ਓਏ ਚੰਡਾਲ ਨੇ ਤਾਂ ਇਹ ਬਲਾ ਮੇਰੇ ਗਲ ਪਾਈ ਹੈ, ਮੈਂ ਉਸ ਦੀ ਵੀ ਹੱਡੀ ਪਸਲੀ ਨਹੀਂ ਛੱਡਾਂਗਾ। ਉਹ ਦੇਸ਼ ਧਰੋਹੀ ਹੈ, ਦੇਸ਼ ਧਰੋਹੀ ਦੀ ਸਜ਼ਾ ਮੌਤ ਹੈ, ਮੌਤ। ਅਲਫ ਖਾਂ ਨਾਲ ਨਜਿੱਠ ਕੇ ਫਿਰ ਮੈਂ ਜ਼ਰੂਰ ਕਿਰਪਾਲ ਚੰਦ ਨਾਲ ਨਜਿੱਠਾਂਗਾ। ਇਹ ਦੁਸ਼ਟ ਦਾ ਰਾਜ ਖੋਹ ਕੇ ਇਸ ਨੂੰ ਕਾਠ ਮਾਰ ਕੇ ਤਰਸਾ ਤਰਸਾ ਕੇ ਮਾਰਾਂਗਾ। ਉਸਨੇ ਭੇਤ ਸਾਰਾ ਦਿੱਤਾ ਹੈ, ਇਹ ਮੇਰੇ ਜਸੂਸ ਨੇ ਦੱਸਿਆ ਹੈ। ਮੈਂ ਇਹ ਭੇਤ ਪ੍ਰਗਟ ਨਹੀਂ ਸੀ ਕਰਨਾ ਚਾਹੁੰਦਾ, ਕਿਉਂਕਿ ਮੈਂ ਦੁਖੀ ਸਾਂ, ਸ਼ਰਮ ਨਾਲ ਮੇਰਾ ਸਿਰ ਨੀਵਾਂ ਸੀ ਕਿ ਮੇਰੇ ਭਰਾ ਨੇ ਦੁਸ਼ਮਣੀ ਕੀਤੀ ਹੈ। ਬਾਹਰ ਦੇ ਦੁਸ਼ਮਣ ਕੋਲੋਂ ਮਨੁੱਖ ਬਚ ਸਕਦਾ ਹੈ, ਪਰ ਆਪਣੇ ਗੁਪਤ ਦੁਸ਼ਮਣ ਕੋਲੋਂ ਨਹੀਂ ਬਚ ਸਕਦਾ। ਰਾਜਾ ਭੀਮ ਚੰਦ ਦੇ ਇਹ ਵਾਕ ਸੁਣ ਕੇ ਸਾਰਿਆਂ ਨੂੰ ਗੁੱਸਾ ਆਇਆ। ਬਹੁਤ ਮਾੜਾ ਕੀਤਾ ਹੈ ਉਹਨੇ, ਸੱਚਮੁੱਚ ਦੇਸ਼ ਧਰੋਹੀ ਹੈ, ਇਸ ਨੂੰ ਜਿਉਂਦਿਆਂ ਨਹੀਂ ਛੱਡਣਾ ਚਾਹੀਦਾ। ਉਹ ਡਰੱਕ ਵਾਲਾ ਸਾਨੂੰ ਖਬਰ ਕਰਦਾ, ਅਸੀਂ ਉਹਦੀ ਸਹਾਇਤਾ ਕਰਦੇ। ਚਲੋ ਹੁਣ ਸਤਿਗੁਰੂ ਜੀ ਦੀ ਸ਼ਰਨ ਲਈਏ। ਐਸੇ ਮਹਾਂਪੁਰਖ ਦੀ ਸਹਾਇਤਾ ਤੋਂ ਬਿਨਾਂ ਐਸੇ ਦੁਸ਼ਮਣ ਨੂੰ ਜਿੱਤਣਾ ਬਹੁਤ ਔਖਾ ਹੈ। ਇੱਕ ਐਸੇ ਰਾਜੇ ਨੇ ਆਖਿਆ ਜਿਹੜਾ ਸਤਿਗੁਰੂ ਜੀ 'ਤੇ ਭਰੋਸਾ ਰੱਖਦਾ ਸੀ, ਪਰ ਭੀਮ ਚੰਦ ਤੋਂ ਡਰਦਾ ਹੋਇਆ ਉਭਾਸਰਦਾ ਨਹੀਂ ਸੀ, ਸਤਿਗੁਰੂ ਜੀ ਨੂੰ ਦਿਲੋਂ ਯਾਦ ਰੱਖਦਾ ਸੀ। ਆਖਰ ਇਹ ਮਤਾ ਸਰਬਸੰਮਤੀ ਨਾਲ ਪਾਸ ਹੋ ਗਿਆ। ਵਜ਼ੀਰ ਬਿਸ਼ਨ ਚੰਦ ਅਤੇ ਪਰਮਾਨੰਦ ਨੂੰ ਬਹੁਤ ਸਾਰੀਆਂ ਵਸਤੂਆਂ ਭੇਟਾਂ ਦੇ ਵਾਸਤੇ ਦੇ ਕੇ ਸਤਿਗੁਰੂ ਜੀ ਦੇ ਪਾਸ ਤੋਰਿਆ ਅਤੇ ਭੇਜ ਦਿੱਤਾ। ਉਹ ਦੋਵੇਂ ਆਨੰਦਪੁਰ ਪੁੱਜੇ। ਉਹਨਾਂ ਨੇ ਰਾਜਿਆਂ ਵੱਲੋਂ ਸਤਿਗੁਰੂ ਜੀ ਦੇ ਦਰਬਾਰ ਵਿੱਚ ਬੇਨਤੀ ਕੀਤੀ। ਬੇਨਤੀ ਕਰਦਿਆਂ ਹੋਇਆਂ ਆਖਿਆ, ਮਹਾਰਾਜ, ਇਸ ਵੇਲੇ ਹਿੰਦੂ ਧਰਮ ਦੀ ਰੱਖਿਆ ਕਰਨ ਦਾ ਵੇਲਾ ਹੈ। ਜੇ ਹੁਣ ਮੁਸਲਮਾਨਾਂ ਦਾ ਜ਼ੋਰ ਪੈ ਗਿਆ ਤਾਂ ਇਹ ਰਿਆਸਤਾਂ ਵੀ ਖਤਮ ਹੋ ਜਾਣਗੀਆਂ। ਦੇਵੀਆਂ ਦੇ ਮੰਦਰ ਸਭ ਢਾਹ ਢੇਰੀ ਕੀਤੇ ਜਾਣਗੇ। ਭਗਵਾਨ ਦੇ ਨਾਮ 'ਤੇ ਹਿੰਦੂ ਜਾਤੀ ਦੇ ਬਚਾਅ ਵਾਸਤੇ ਸਹਾਇਤਾ ਕਰੋ। ਦਇਆ ਦੇ ਸਾਗਰ ਸਤਿਗੁਰੂ ਜੀ ਦਾ ਜਨਮ ਹੀ ਧਰਮ ਦੀ ਰੱਖਿਆ ਵਾਸਤੇ ਹੋਇਆ, ਦੁਸ਼ਟਾਂ ਦੇ ਦਮਨ ਵਾਸਤੇ ਹੋਇਆ ਸੀ। ਸਤਿਗੁਰੂ ਜੀ ਨੇ ਉਸੇ ਸਮੇਂ ਰਾਜਿਆਂ ਦੀ ਸਹਾਇਤਾ ਕਰਨ ਦਾ ਫੈਸਲਾ ਕਰ ਲਿਆ। ਇਸ ਬਾਰੇ ਸਾਹਿਬ ਫਰਮਾਉਂਦੇ ਹਨ, ਚੌਪਈ ਬਹੁਤ ਕਾਲ ਇਹ ਭਾਂਤ ਬਤਾਓ, ਮੀਹਾਂ ਖਾਨ ਜੰਮੂ ਕਹਿ ਆਓ। ਅਲਫ ਖਾਨ ਨਦੌਣ ਪਠਾਵਾਂ, ਭੀਮ ਚੰਦ ਤਨ ਬੈਰ ਬੜਾਵਾਂ। ਯੁੱਧ ਕਾਜ ਨਿਰਪ ਹਮੇ ਬੁਲਾਇਓ, ਆਪ ਤਬਨ ਕੀ ਔਰ ਸਧਾਓ।
ਤਿੰਨ ਕਠ ਗੜ੍ਹ ਨਵਰਸ ਪਰ ਬਾਂਧਿਓ, ਤੀਰ ਤਫੰਗ ਨਰੇਸਨ ਸਾਧਿਓ। ਇਹ ਮਹਾਰਾਜ ਜੀ ਨੇ ਬਚਨ ਕੀਤਾ, ਬਚਿੱਤਰ ਨਾਟਕ ਦੇ ਵਿੱਚ ਲਿਖਿਆ ਹੈ ਕਿ ਰਾਜੇ ਭੱਜ ਕੇ ਸਾਡੇ ਪਾਸ ਆਏ, ਸਾਡਾ ਫਰਜ਼ ਬਣਦਾ ਜ਼ੁਲਮ ਨੂੰ ਟੱਕਰ ਲੈਣ ਦਾ। ਹੁਣ ਨਦਾਉਣ ਦਾ ਯੁੱਧ ਹੋਣਾ, ਹੁਣ ਨਦਾਉਣ ਦਾ ਯੁੱਧ 1764 ਬਿਕਰਮੀ ਵਿੱਚ ਹੋਇਆ ਸੀ। ਇਹ ਯੁੱਧ ਕੋਈ ਵੱਡੀਆਂ ਲੜਾਈਆਂ ਵਿੱਚੋਂ ਨਹੀਂ, ਫਿਰ ਵੀ ਇਸ ਦੀ ਮਹਾਨਤਾ ਬਹੁਤ ਹੈ। ਅਲਫ ਖਾਂ ਦੇ ਨਾਲ ਕਿਰਪਾਲ ਚੰਦ ਅਤੇ ਦਿਆਲ ਚੰਦ ਸਨ। ਹਿੰਦੂ ਸੈਨਾ ਦੇ ਵਿਰੁੱਧ ਲੜਨ ਵਾਸਤੇ ਆਈ ਸੀ। ਉਹ ਮੂਰਖ ਲੋਕ ਭਰਾਵਾਂ ਦੇ ਵਿਰੁੱਧ ਲੜਦੇ ਰਹੇ, ਸ਼ਰਮ ਨਹੀਂ ਸਨ ਕਰਦੇ ਅਤੇ ਪਰਦੇਸੀ ਤੁਰਕ ਦਾ ਸਾਥ ਦਿੰਦੇ ਸਨ। ਪਹਿਲੇ ਦਿਨ ਹਿੰਦੂ ਰਾਜਿਆਂ ਨੂੰ ਤਕਰੀਬਨ ਹਾਰ ਹੋਈ। ਉਹਨਾਂ ਦੇ ਆਦਮੀ ਬਹੁਤ ਮਰ ਗਏ। ਭਾਵੇਂ ਰਾਜਾ ਭੀਮ ਚੰਦ, ਰਾਜਾ ਰਾਮ ਸੇ ਜਿਹੇ ਬਲੀ ਰਾਜੇ ਸਨ। ਇਹਨਾਂ ਰਾਜਿਆਂ ਬਾਰੇ ਸਤਿਗੁਰੂ ਜੀ ਫਰਮਾਉਂਦੇ ਹਨ। ਭੁਜੰਗ ਸਾਹਿਬ ਵਿੱਚ ਮਹਾਰਾਜ ਕਹਿੰਦੇ, ਤਾਹਾਂ ਰਾਜ ਸਿੰਘ ਬਲੀ ਭੀਮ ਚੰਦ ਚੜ੍ਹਿਓ ਰਾਮ ਸਿੰਘ, ਮਹਾ ਤੇਜ ਬਾਂਧ ਸੁਖਦੇਵ ਗਾਜੀ ਜਸਾ ਰੋਟ ਰਾਜ ਚੜ੍ਹੇ, ਕ੍ਰੋਧ ਕੀਨੇ ਕਰੇ ਸਰਬ ਕਾਜ, ਪਿਰਥੀ ਚੰਦ ਚੜ੍ਹਿਓ ਢਢੇ, ਢੜਵਾਰ ਚੱਲੇ ਸਿੱਧ ਹੋਏ ਕਾਜ ਰਾਜ ਸੁਧਾਰ। ਹੁਣ ਰਾਜਾ ਰਾਜ ਸਿੰਘ, ਭੀਮ ਚੰਦ, ਰਾਮ ਸਿੰਘ, ਸੁਖਦੇਵ ਜਸਰੋਟਗਾ ਅਤੇ ਪਿਰਥੀ ਚੰਦ ਆਦਿਕ, ਇਹਨਾਂ ਸਾਰਿਆਂ ਨੇ ਸਾਂਝੇ ਦੁਸ਼ਮਣ ਨਾਲ ਟੱਕਰ ਲੈਣ ਦੀ ਠਾਣ ਲਈ। ਜਿਵੇਂ ਪਿੱਛੇ ਦੱਸ ਆਇਆ ਕਿ ਅਲਫ ਖਾਂ ਨੇ ਉਹਨਾਂ ਨੂੰ ਬੁਰੀ ਤਰ੍ਹਾਂ ਹਰਾਇਆ। ਭੀਮ ਚੰਦ ਨੇ ਹਨੂੰਮਾਨ ਦੇ ਮੰਤਰ ਪੜ੍ਹੇ, ਪਰ ਕਿਸੇ ਨੇ ਸਹਾਇਤਾ ਨਾ ਕੀਤੀ। ਆਖਰ ਗੁਰੂ ਜੀ ਨੂੰ ਸੱਦਾ ਭੇਜਿਆ ਅਤੇ ਸਤਿਗੁਰੂ ਜੀ ਸੈਨਾ ਲੈ ਕੇ ਨਦਾਉਣ ਜਾ ਪੁੱਜੇ। ਹੁਣ ਸਤਿਗੁਰੂ ਜੀ ਦੇ ਪੁੱਜਣ 'ਤੇ ਸਾਰਿਆਂ ਨੂੰ ਹੌਸਲਾ ਹੋ ਗਿਆ ਕਿ ਹੁਣ ਨਹੀਂ ਲਈਦੇ, ਹੁਣ ਨਹੀਂ ਅਸੀਂ ਕਿਸੇ ਦੇ ਲੈਣ ਦੇ, ਉਹ ਜ਼ਰੂਰ ਜਿੱਤ ਜਾਣਗੇ, ਕਿਉਂਕਿ ਸਤਿਗੁਰੂ ਜੀ ਮਹਾਬਲੀ ਅਤੇ ਰੱਬੀ ਬਰਕਤਾਂ ਵਾਲੇ ਹਨ। ਹੁਣ ਲੜਾਈ ਸ਼ੁਰੂ ਹੋਈ। ਸਤਿਗੁਰੂ ਜੀ ਸਹਾਇਤਾ ਪਰ ਡਟ ਗਏ। ਕਟਾਵੱਢ ਸ਼ੁਰੂ ਹੋ ਗਈ। ਉੱਧਰੋਂ ਕਿਰਪਾਲ ਚੰਦ ਵੀ ਦਿਆਲ ਚੰਦ ਨੂੰ ਨਾਲ ਲੈ ਕੇ ਆਇਆ। ਦੋਹਾਂ ਦੀ ਲੜਾਈ ਦਾ ਨਜ਼ਾਰਾ ਸਤਿਗੁਰੂ ਜੀ ਲਿਖਦੇ ਹਨ ਮਧੂਭਾਰ ਛੰਦ ਵਿੱਚ। ਕੁੱਪਿਓਂ ਕਿਰਪਾਲ ਨੱਚੇ ਮਰਾਲ, ਬੱਜੇ ਬਜੰਤ ਕਰ ਅਨੰਤ, ਜੂਝਤ ਜਵਾਨ ਬਾਹੇ ਕਿਰਪਾਨ ਜੀ ਧਾਰ ਕਰੋਧ, ਛੱਡੇ ਸਰੋਗ ਲੁਝੇ ਨਿਧਾਨ, ਤੇਜੰਤ ਪ੍ਰਾਣ ਗਿਰ ਪਰਤ ਭੂਮ, ਜਨ ਮੇਘ ਧੂਮ। ਕਹਿੰਦੇ ਕਿਰਪਾਲ ਚੰਦ ਨਾਲ ਉੱਠਿਆ ਅਤੇ ਨੱਚਣ ਲੱਗਿਆ। ਉਸ ਵੇਲੇ ਖੂਬ ਢੋਲ ਢਮੱਕਾ ਹੋਇਆ। ਜਵਾਨ ਸ਼ਹੀਦ ਹੋਣ ਲੱਗੇ। ਜਿਹੜੇ ਤਲਵਾਰ ਨੂੰ ਅੰਨ੍ਹੇਵਾਹ ਵਾਹੁੰਦੇ ਸਨ, ਉਹ ਬੜੇ ਕ੍ਰੋਧ ਨਾਲ ਹਮਲੇ ਕਰਦੇ ਔਰ ਜ਼ਮੀਨ ਉੱਤੇ ਸੁੱਟਦੇ ਸਨ। ਆਹ ਕੈਸਾ ਨਜ਼ਾਰਾ ਸੀ ਕਿ ਕਈ ਜਵਾਨ ਲੁੱਛਦੇ ਪ੍ਰਾਣਾਂ ਦਾ ਤਿਆਗ ਕਰੀ ਜਾਂਦੇ ਸਨ। ਉਹ ਧਰਤੀ ਉੱਤੇ ਇਸ ਤਰ੍ਹਾਂ ਝੂਮ ਕੇ ਡਿੱਗਦੇ ਸਨ ਜਿਵੇਂ ਬੱਦਲ ਝੂਮਦੇ ਅਤੇ ਨੀਵੇਂ ਹੋ ਕੇ ਧਰਤੀ ਉੱਤੇ ਮੀਂਹ ਰੂਪ ਵਿੱਚ ਵਰ੍ਹਦੇ ਹਨ। ਇਸ ਤਰ੍ਹਾਂ ਸਾਧ ਸੰਗਤ ਸਤਿਗੁਰੂ ਜੀ ਦੱਸ ਰਹੇ ਹਨ। ਹੁਣ ਬਾਬਾ ਕਿਰਪਾਲ ਚੰਦ ਗਰਜਿਆ, ਬੜੇ ਹੱਠ ਨਾਲ ਸਰੋਗ ਨੂੰ ਚਲਾ ਰਿਹਾ। ਉਸਨੇ ਬੜੇ ਜਵਾਨ ਜ਼ਖਮੀ ਕੀਤੇ। ਵੱਡੇ ਵੱਡੇ ਛਤਰਧਾਰੀ ਨਾਮੀ ਜਵਾਨ ਰਾਜੇ ਅਤੇ ਜਵਾਨ ਧਰਤੀ ਉੱਤੇ ਡਿੱਗੇ ਸਨ। ਉਸ ਸਮੇਂ ਮਹਾਨਾਦ ਰਾਗ ਪੈਦਾ ਹੋ ਰਿਹਾ ਸੀ ਜਦੋਂ ਸੂਰਮੇ ਗੱਜਦੇ ਸਨ। ਉਸਨੇ ਬਹੁਤ ਹੀ ਚੰਗਾ ਯੁੱਧ ਕੀਤਾ। ਲੋਹੇ ਨਾਲ ਲੋਹਾ ਵੱਜਦਾ ਹੋਇਆ ਇੱਕ ਰਾਗ ਪੈਦਾ ਕਰ ਰਿਹਾ ਸੀ। ਤਲਵਾਰਾਂ ਦੇ ਭਿੜਨ ਦੇ ਰਾਗ ਨਾਲ ਮਸਤ ਹੋ ਕੇ ਜਵਾਨ ਮੌਤਾਂ ਨੂੰ ਭੁੱਲ ਰਹੇ ਸਨ।
ਕਰਿਓ ਜੁਧ ਚੰਡ ਸੁਣਿਓ ਨਾਭ ਖੰਡ, ਚੱਲਿਓ ਸ਼ਾਸਤਰ ਬਾਹਿਰ ਰਜੌਤੀ ਨਵਾਹੀ। ਕੋਪ ਭਰੇ ਰਾਜਾ ਸਵੇ ਕੀਨੋ, ਜੁਧ ਉਪਾਏ ਸੈਨ ਕਟੌਚਨ ਕੀ ਤਜੇ ਘੇਰ ਲਈ ਰਾਏ। ਕਿਰਪਾਲ ਚੰਦ ਕਟੌਚਗੇ ਦੀ ਸੈਨਾ ਨੂੰ ਆਖਰ ਘੇਰ ਲਿਆ ਗਿਆ। ਐਸੀ ਭਿਆਨਕ ਲੜਾਈ ਹੋ ਕੇ ਨਾਗਰੂ ਤੇ ਪਾਗਲੂ ਆਦਿਕ ਤੇ ਜਸਵਾੜੀਏ ਗਲੇਰ ਵਾਲੀਆਂ ਟੋਲੀਆਂ ਬੰਨ੍ਹ ਕੇ ਤੁਰ ਪਏ। ਮਹਾਵੀਰ ਦਿਆਲ ਚੰਦ ਸੀ, ਜਿਸ ਨੇ ਸਾਰੇ ਬਿਜੜ ਵਾਲਿਆਂ ਦੀ ਲਾਜ ਰੱਖ ਲਈ। ਉਹ ਬਹੁਤ ਵੀਰਤਾ ਨਾਲ ਲੜਿਆ। ਭਾਵੇਂ ਉਹ ਦੁਸ਼ਮਣ ਬਲ ਸੀ, ਫਿਰ ਵੀ ਉਸ ਦੀ ਲੜਾਈ ਵਡਿਆਈ ਕਰਨ ਦੇ ਯੋਗ ਸੀ। ਮਹਾਰਾਜ ਨਾਲ ਦੀ ਨਾਲ ਲੜਾਈ ਦਾ ਵਰਣਨ ਕਰੀ ਜਾ ਰਹੇ ਹਨ, ਦੱਸ ਰਹੇ ਹੈ ਵੀ ਕਿਹੜਾ ਕਿਹੜਾ ਰਾਜਾ ਚੜ੍ਹਦੀ ਕਲਾ ਦੇ ਨਾਲ ਲੜਿਆ। ਹੁਣ ਦਿਆਲ ਚੰਦ ਦੇ ਯੁੱਧ ਨੂੰ ਦੇਖ ਕੇ ਸੂਰਮੇ ਅੱਗੇ ਵਧੇ। ਸਤਿਗੁਰੂ ਜੀ ਦੇ ਹੌਸਲੇ ਨਾਲ ਸਿੱਖਾਂ ਨੇ ਫੈਸਲਾ ਕੀਤਾ ਕਿ ਦਿਆਲ ਚੰਦ ਨੂੰ ਮਾਰ ਦੇਣ, ਕਿਉਂਕਿ ਉਹ ਤਾਂ ਅਲਫ ਖਾਂ ਦੇ ਆਦਮੀਆਂ ਨੂੰ ਨਾਲੋਂ ਨਾਲ ਬਹੁਤਾ ਕਰੋ ਤੇ ਜੋਸ਼ ਨਾਲ ਲੜਦਾ ਆ ਰਿਹਾ ਸੀ। ਆਖਰ ਸਤਿਗੁਰੂ ਜੀ ਨੇ ਆਪ ਧਨੁੱਖ ਨੂੰ ਸੰਭਾਲਿਆ ਤੇ ਤੀਰਾਂ ਦੀ ਵਰਖਾ ਸ਼ੁਰੂ ਕਰ ਦਿੱਤੀ। ਇੱਕ ਤੀਰ ਰਾਜੇ ਦੀ ਹਿੱਕ ਵਿੱਚ ਵੱਜਿਆ। ਉਹ ਧਰਤੀ ਉੱਪਰ ਡਿੱਗ ਪਿਆ, ਜਿਵੇਂ ਝੂਮਦਾ ਹੋਇਆ ਹਾਥੀ ਧਰਤੀ ਉੱਤੇ ਡਿੱਗਦਾ ਹੈ। ਅੰਨੀ ਲੜਾਈ ਹੁੰਦੀ ਰਹੀ। ਤੀਰ ਤੇ ਤੀਰ ਚੱਲਦੇ ਰਹੇ, ਬੰਦੂਕਾਂ ਦੀਆਂ ਗੋਲੀਆਂ ਚੱਲਦੀਆਂ ਰਹੀਆਂ। ਲੜਾਈ ਦੀ ਭਿਆਨਕਤਾ ਐਸੀ ਸੀ ਜਿਸ ਨੂੰ ਦੇਖ ਕੇ ਪਰਬਤ ਥਰਾ ਥਰ ਕੰਬ ਉੱਠੇ। ਰਾਵਣ ਦੀ ਰੂਹ ਹੈਰਾਨ ਹੋ ਗਈ। ਮੁਗਲਾਂ ਦੇ ਪੈਰ ਹਿੱਲ ਗਏ। ਸੂਰਮੇ ਇਸ ਤਰ੍ਹਾਂ ਲੜ ਰਹੇ ਸਨ ਜਿਵੇਂ ਗੋਕਲ ਵਾਸੀ ਹੋਲੀ ਖੇਡਿਆ ਕਰਦੇ ਸਨ। ਮਰ ਗਿਆ ਫੜ ਲਓ, ਨੱਠਾ ਜਾ ਰਿਹਾ, ਅੱਲਾਹੂ, ਇਹ ਨਾਅਰੇ ਵੱਜਦੇ ਸੀ ਸ੍ਰੀ ਭਗਵਾਨ ਦੀਆਂ ਆਵਾਜ਼ਾਂ ਨਾਲ। ਅਸਮਾਨ ਤੇ ਰਣ ਭੂਮੀ ਗੂੰਜਦੀ ਸੀ। ਕਾਵਾਂ ਰੌਲੀ ਵਿੱਚ ਆਪਣੇ ਪਰਾਏ ਦਾ ਬੋਲ ਨਹੀਂ ਸੀ ਸੁਣਿਆ ਜਾਂਦਾ ਤੇ ਨਾ ਕੋਈ ਪਤਾ ਲੱਗਦਾ ਸੀ ਵੀ ਕੌਣ ਅੱਗੇ ਕੌਣ ਪਿੱਛੇ। ਇੰਨੀ ਧੁੱਗ ਉੱਡਦੀ ਜਾ ਰਹੀ ਸੀ। ਆਖਰ ਸਮਾਂ ਆ ਗਿਆ ਜਦੋਂ ਦਿਆਲ ਚੰਦ ਨੇ ਮਰਨ ਤੇ ਅਲਫ ਖਾਂ ਕਾਬਰ ਗਿਆ। ਉਸਨੇ ਕਿਰਪਾਲ ਚੰਦ ਨੂੰ ਪੁੱਛਿਆ, ਹੁਣ ਕੀ ਕਰੀਏ? ਕਿਰਪਾਲ ਚੰਦ ਨੇ ਕਿਹਾ, ਸਤਿਗੁਰੂ ਜੀ ਨੂੰ ਹਿਲਾਉਣਾ ਔਖਾ ਹੈ। ਦਿਆਲ ਚੰਦ ਮਰ ਗਿਆ ਹੈ ਤੇ ਹੋਰ ਲੜੇ ਤਾਂ ਅਸਾਂ ਦੀ ਵਾਰੀ ਆ ਜਾਵੇਗੀ। ਚੰਗਾ ਹੈ ਕਿ ਨੱਸ ਚੱਲੀਏ, ਭੱਜ ਚੱਲੀਏ, ਬੈਕ ਹੋ ਜਾਈਏ, ਨਾ ਲੜੀਏ। ਹੁਣ ਫਿਰ ਕਦੀ ਟੱਕਰ ਲੈ ਕੇ ਬਦਲਾ ਤੇ ਮਾਮਲਾ ਵਸੂਲ ਕਰ ਲਵਾਂਗੇ। ਹੁਣ ਮੁਫਤ ਵਿੱਚ ਜਾਨ ਗਵਾਉਣ ਦਾ ਕੋਈ ਲਾਭ ਨਹੀਂ। ਸਤਿਗੁਰੂ ਜੀ ਦੇ ਤੀਰ ਨਾਲ ਰਾਜਾ ਦਿਆਲ ਚੰਦ ਰਣ ਦੇ ਵਿੱਚ ਸੌਂ ਗਿਆ, ਮਰ ਗਿਆ। ਅਸਾਂ ਦੀ ਫੌਜ ਅੱਧਿਓਂ ਬਹੁਤੀ ਮਰ ਗਈ। ਬਸ ਸਿਰ 'ਤੇ ਪੈਰ ਰੱਖ ਕੇ ਨੱਥ ਚੱਲ ਗਏ। ਸ਼ਹੀਦ ਹੋਇਆਂ ਨੂੰ ਸੰਭਾਲਣਾ ਵੀ ਔਖਾ ਹੈ। ਮੇਰੀ ਤਾਂ ਇਹੋ ਸਲਾਹ ਹੈ ਕਿ ਮੈਂ ਹੋਰ ਕੋਈ ਸਲਾਹ ਨਹੀਂ ਦਿੰਦਾ, ਫਿਰ ਕਿਤੇ ਟੱਕਰ ਲੈ ਲਾਂਗੇ। ਫੌਜ ਬਹੁਤੀ ਲਿਆ ਕੇ ਨਾਲੇ ਮੈਂ ਹੋਰ ਰਾਜਿਆਂ ਨੂੰ ਪਾੜ ਕੇ ਆਪਣੇ ਨਾਲ ਰਲਾ ਲਵਾਂਗਾ। ਸ਼ਕਤੀ ਵਧਾ ਕੇ ਰਾਜੇ ਭੀਮ ਚੰਦ ਪਾਸੋਂ ਗਣ ਬਦਲੇ ਲਵਾਂਗੇ। ਇਹੋ ਜਿਹੀਆਂ ਗੱਲਾਂ ਕਰਨ ਲੱਗ ਗਿਆ ਰਾਜਾ। ਰਾਜੇ ਕਿਰਪਾਲ ਚੰਦ ਦੀਆਂ ਇਹ ਗੱਲਾਂ ਸੁਣ ਕੇ ਅਲਫ ਖਾਂ ਨੱਸ ਉੱਠਿਆ। ਉਸਨੇ ਵੀ ਹੋਰ ਅੜਨਾ ਮੁਨਾਸਬ ਨਾ ਸਮਝਿਆ। ਐਸਾ ਨੱਠਾ ਕਿ ਆਪਣੇ ਆਦਮੀ ਨਾ ਸੰਭਾਲੇ। ਹਥਿਆਰ ਘੋੜੇ 'ਤੇ ਜ਼ਖਮੀ ਛੱਡ ਕੇ ਦੂਰ ਨਿਕਲ ਗਿਆ। ਉਹ ਮੀਏ ਖਾਂ ਨੂੰ ਕੋਸਣ ਲੱਗਾ, ਉਸਨੇ ਉਸ ਨੂੰ ਪਹਾੜ ਦੇ ਵਿੱਚ ਕਿਉਂ ਭੇਜਿਆ। ਅਲਫ ਖਾਂ ਨੂੰ ਨੱਸਿਆ ਦੇ ਕੇ ਸਤਿਗੁਰੂ ਜੀ ਦੇ ਸਿੱਖਾਂ ਤੇ ਹਿੰਦੂ ਰਾਜਿਆਂ ਨੇ ਫਤਿਹ ਦੇ ਨਾਅਰੇ ਲਾਏ। ਉਹਨਾਂ ਨਾਅਰਿਆਂ ਨਾਲ ਅਸਮਾਨ 'ਤੇ ਪਰਬਤ ਗੂੰਜ ਉੱਠੇ। ਵੱਡੇ ਅਫਸਰਾਂ ਨੂੰ ਮੈਦਾਨ ਜੰਗ ਵਿੱਚ ਜ਼ਖਮੀ ਚੁੱਕਣ 'ਤੇ ਲਾ ਕੇ ਆਪ ਸਾਰੇ ਇਕੱਠੇ ਹੋ ਕੇ ਸਤਿਗੁਰੂ ਜੀ ਪਾਸ ਆਏ ਕਿ ਉਹ ਸਤਿਗੁਰੂ ਜੀ ਦਾ ਧੰਨਵਾਦ ਕਰਨ। ਉਹਨਾਂ ਨੂੰ ਨਮਸਕਾਰ ਕਰਨਾ। ਸਾਹਿਬਾਂ ਨੇ ਸਾਰਿਆਂ ਨੂੰ ਸੰਬੋਧਨ ਕਰਕੇ ਆਖਿਆ, ਹੇ ਰਾਜਨ,
ਮੇਲ ਦੀ ਸ਼ਕਤੀ ਤੁਸਾਂ ਦੇਖ ਲਈ ਹੈ, ਕਿੰਨੀ ਪਰਬਲ ਕਰਕੇ ਕਿੰਨੀ ਪਰਬਲ ਹੈ। ਅੱਜ ਅਸਾਂ ਇਕੱਠਿਆਂ ਹੋ ਕੇ ਤੁਰਕਾਂ ਦਾ ਮੁਕਾਬਲਾ ਕੀਤਾ ਤਾਂ ਫਤਿਹ ਪ੍ਰਾਪਤ ਕੀਤੀ। ਅਜੇ ਕਿ ਅਸਾਂ ਦੇ ਭੁੱਲੜ ਵੀਰ ਰਾਜਾ ਕਿਰਪਾਲ ਚੰਦ ਤੇ ਦਿਆਲ ਚੰਦ ਨੇ ਦੇਸ਼ ਦੇ ਦੁਸ਼ਮਣ ਜ਼ੁਲਮ ਤੇ ਪੱਖੀ ਦਾ ਸਹਾਇਤਾ ਕੀਤੀ। ਦੁਸ਼ਟ ਆਤਮਾ ਦਿਆਲ ਚੰਦ ਕੀਤੀ ਦਾ ਫਲ ਭੁਗਤ ਗਿਆ। ਅਸੀਂ ਸੱਚ ਆਖਦੇ ਹਾਂ ਕਿ ਜੇਕਰ ਅਸੀਂ ਸਾਰੇ ਇਕੱਠੇ ਹੋ ਕੇ ਮੁਗਲ ਸਰਕਾਰ ਦਾ ਮੁਕਾਬਲਾ ਕਰੀਏ ਤਾਂ ਮੁਗਲਾਂ ਦੇ ਜ਼ੁਲਮੀ ਰਾਜ ਪਾਸੋਂ ਦੇਸ਼ ਨੂੰ ਜ਼ਰੂਰ ਸੁਤੰਤਰ ਕਰਾ ਲਈਏ। ਕੋਈ ਮੰਦਰਾਂ ਨੂੰ ਢਾਹ ਢੇਰੀ ਨਾ ਕਰੇ, ਕੋਈ ਹਿੰਦੂ ਮਾਸੂਮ ਦੇਵੀਆਂ ਨਾਲ ਵੱਲ ਨਿਗਾਹ ਨਾ ਚੁੱਕੇ। ਦੇਸ਼ ਸੁਖੀ ਤੇ ਖੁਸ਼ਹਾਲ ਵਸੇ। ਇਹ ਅੱਜ ਦੀ ਘਟਨਾ ਤੋਂ ਸਬਕ ਸਿੱਖੋ। ਇਸ ਤੋਂ ਲਾਭ ਉਠਾਓ। ਸਾਰੇ ਪਰਬਤ ਤੇ ਮੈਦਾਨਾਂ ਦੇ ਰਾਜਿਆਂ ਨੂੰ ਆਖੋ ਕਿ ਉਹ ਇਕੱਠੇ ਹੋ ਜਾਣ ਅਤੇ ਰਾਜੇ ਬਿਕਰਮਾਜੀਤ ਤੇ ਮਹਾਰਾਜੇ ਅਸ਼ੋਕ ਦੇ ਸਮੇਂ ਵਰਗਾ ਸੁਤੰਤਰ ਰਾਜ ਕਾਇਮ ਕਰ ਲੈਣ। ਫਿਰ ਨਾ ਕੋਈ ਕਿਸੇ ਦੀ ਪੂਜਾ ਤੋਂ ਰੋਕੋ ਅਤੇ ਨਾ ਜੰਝੂ ਤਾਰੇ ਜਾਣ ਅਤੇ ਨਾ ਮੁਸਲਮਾਨ ਟਿਕਿਆਂ ਨੂੰ ਚੱਟ ਕੇ ਹਿੰਦੂਆਂ ਨੂੰ ਮੁਸਲਮਾਨ ਬਣਾਉਣਗੇ। ਏਕਤਾ ਦੇ ਵਿੱਚ ਬਹੁਤ ਬਰਕਤਾਂ ਹਨ। ਜਿਹੜਾ ਦੁਸ਼ਮਣ ਆਵੇ ਉਸ ਦਾ ਮੁਕਾਬਲਾ ਕਰੀਏ। ਸਤਿਗੁਰੂ ਦੇ ਬਚਨ ਸਭ ਨੂੰ ਚੰਗੇ ਲੱਗੇ ਅਤੇ ਸਾਰਿਆਂ ਨੇ ਇੱਕ ਜਵਾਨ ਹੋ ਕੇ ਸਤਿਗੁਰੂ ਜੀ ਦੀ ਉਸਤਤ ਕੀਤੀ ਅਤੇ ਨਾਲ ਹੀ ਭਰੋਸਾ ਦਿਵਾਇਆ ਕਿ ਜ਼ਰੂਰ ਇਕੱਠੇ ਰਹਾਂਗੇ। ਦੁਸ਼ਮਣ ਨੂੰ ਕਦੀ ਮੌਕਾ ਨਹੀਂ ਦੇਵਾਂਗੇ ਕਿ ਉਹ ਅਸਾਂ ਦੀ ਫੁੱਟ ਤੋਂ ਲਾਭ ਉਠਾਵੇ। ਪਰ ਹੋਣੀ ਹੋ ਕੇ ਰਹਿੰਦੀ ਆ, ਮਤਲਬੀ ਪਹਾੜੀਆਂ ਨੇ ਸਾਥ ਨਾ ਦਿੱਤਾ। ਇਸ ਤਰ੍ਹਾਂ ਦੀਆਂ ਗੱਲਾਂ ਸਾਧ ਸੰਗਤ ਰਾਜੇ ਕਰ ਰਹੇ ਸਨ। ਹੁਣ ਜਦੋਂ ਸਤਿਗੁਰੂ ਜੀ ਨੇ ਜਿਤਾ ਦਿੱਤੇ ਅਤੇ ਸਾਰੇ ਸੌਹਾਂ ਪਾਉਣ ਲੱਗ ਗਏ ਵੀ ਅੱਗੇ ਤੋਂ ਆਪਾਂ ਇਕੱਠੇ ਹੋ ਕੇ ਲੜਿਆ ਕਰਾਂਗੇ। ਹੁਣ ਸਤਿਗੁਰੂ ਜੀ ਨੇ ਵੀ ਸਮਝਾਏ ਵੀ ਤੁਹਾਡੇ ਵਿੱਚ ਨਾ ਤਾਂ ਤੁਹਾਨੂੰ ਕੋਈ ਮੁਸਲਮਾਨ ਬਣਾਵੇਗਾ, ਨਾ ਤੁਹਾਡੇ ਕੋਈ ਮੰਦਰ ਢਾਏ ਜਾਣਗੇ, ਅਤੇ ਇਕੱਠੇ ਹੋ ਕੇ ਰਿਹਾ ਕਰੋ ਏਕੇ ਅਤੇ ਇਤਫਾਕ ਨਾਲ। ਹੁਣ ਇਹ ਗੱਲਾਂ ਕਰਦੇ ਕਰਦੇ ਦਿਲਾਵਰ ਖਾਂ ਦੀ ਗੁਰੂ ਘਰ ਨਾਲ ਈਰਖਾ, ਹੁਣ ਜਿਹੜੇ ਡਰ ਕੇ ਭੱਜੇ ਸੀ ਉਹਨਾਂ ਦੀ ਈਰਖਾ ਵੱਧ ਗਈ। ਹੁਣ ਦਿਲਾਵਰ ਖਾਂ ਲਾਹੌਰ ਦਾ ਸੂਬੇਦਾਰ ਸੀ। ਅਲਫ ਖਾਂ ਦੀ ਹਾਰ ਅਤੇ ਰਾਜਿਆਂ ਦੇ ਸਤਿਗੁਰੂ ਜੀ ਨਾਲ ਮੇਲ ਨੂੰ ਸੁਣ ਕੇ ਉਸ ਨੂੰ ਬਹੁਤ ਦੁੱਖ ਹੋਇਆ। ਉਸ ਨੇ ਕ੍ਰੋਧਵਾਨ ਹੋ ਕੇ ਫੈਸਲਾ ਕੀਤਾ ਕਿ ਉਹ ਪਹਾੜੀ ਰਾਜਿਆਂ ਦੇ ਮੇਲ ਨੂੰ ਅਟੱਲ ਨਹੀਂ ਰਹਿਣ ਦੇਵੇਗਾ। ਉਹ ਜ਼ਰੂਰ ਮੁਕਾਬਲਾ ਕਰੇਗਾ ਅਤੇ ਹੋ ਸਕਦਾ ਕਿ ਸਤਿਗੁਰੂ ਜੀ ਦੀ ਵੱਧਦੀ ਸਿੱਖੀ ਨੂੰ ਰੋਕੋ। ਉਸ ਨੇ ਸਾਰੇ ਰਾਜਿਆਂ ਵੱਲ ਧਮਕੀ ਦੀ ਚਿੱਠੀ ਲਿਖੀ। ਉਸ ਨੇ ਲਿਖਿਆ, ਤੁਸਾਂ ਸਰਕਾਰੀ ਮਾਮਲਾ ਇਕੱਠਾ ਕਰਨ ਵਾਲੇ ਨਾਲ ਲੜਾਈ ਕਰਕੇ ਬਾਦਸ਼ਾਹ ਨੂੰ ਨਾਰਾਜ਼ ਕਰ ਲਿਆ ਹੈ। ਇਹ ਖਬਰਾਂ ਬਾਦਸ਼ਾਹ ਤੱਕ ਪਹੁੰਚ ਗਈਆਂ ਹਨ। ਹੋ ਸਕਦਾ ਕਿ ਬਾਦਸ਼ਾਹ ਸਲਾਮਤ ਭਾਰੀ ਫੌਜ ਦੀ ਇੱਕ ਕੁਮਕ ਭੇਜੇ। ਉਸ ਤੋਂ ਪਹਿਲਾਂ ਤੁਸੀਂ ਆਪਣੇ ਦਿਲ ਦੀ ਸਲਾਹ ਭੇਜੋ ਕਿ ਕੀ ਤੁਸੀਂ ਬਾਦਸ਼ਾਹ ਸਲਾਮਤ ਨਾਲ ਮਿਲਵਰਤਨ ਕਰਨਾ ਚਾਹੁੰਦੇ ਹੋ। ਅਨੰਦਪੁਰ ਵਾਲੇ ਗੁਰੂ ਜੀ ਇਸਲਾਮ ਅਤੇ ਮੁਗਲ ਹਕੂਮਤ ਵਾਸਤੇ ਇੱਕ ਭਿਆਨਕ ਖਤਰਾ ਹੈ। ਗੁਰੂ ਇਸ ਦੇ ਵੱਡਿਆਂ ਨੂੰ ਅਸੀਂ ਦਬਾਉਂਦੇ ਆਏ ਹਾਂ। ਤੁਸੀਂ ਇਸਲਾਮ ਦੇ ਦੁਸ਼ਮਣ ਨਾਲ ਮਿਲ ਕੇ ਉਸ ਨੂੰ ਸਹਾਇਤਾ ਦੇ ਕੇ ਬਾਦਸ਼ਾਹ ਸਲਾਮ ਨੂੰ ਕਿਉਂ ਨਾਰਾਜ਼ ਕਰ ਰਹੇ ਹੋ। ਕੀ ਤੁਹਾਨੂੰ ਪਤਾ ਨਹੀਂ ਕਿ ਮੁਗਲ ਰਾਜ ਇਸ ਸਮੇਂ ਸੰਸਾਰ ਦੀ ਇੱਕ ਮਹਾਨ ਸ਼ਕਤੀ ਹੈ। ਕਾਬਲ ਤੋਂ ਰਾਜਕੁਮਾਰੀ ਤੱਕ ਇਸ ਦਾ ਬੋਲਬਾਲਾ ਹੈ। ਅਰਬ ਦੇ ਸਾਰੇ ਦੇਸ਼ ਨਾਮ ਸੁਣ ਕੇ ਤਰਵਕਦੇ ਹਨ। ਤੁਸੀਂ ਕੀ ਹੋ? ਆਟੇ ਵਿੱਚ ਲੂਣ, ਸੁਥਰੇ ਦੇ ਹੱਥ
ਵਿੱਚ ਚਿੜੀ, ਇਸ ਚਿੜੀ ਰਾਹੀਂ ਤੁਹਾਨੂੰ ਚੇਤਾਵਨੀ ਕਰਾਈ ਜਾਂਦੀ ਹੈ ਕਿ ਸਿੱਧੀ ਤਰ੍ਹਾਂ ਲਿਖੋ ਕਿ ਬਾਦਸ਼ਾਹ ਸਲਾਮਤ ਦਾ ਸਾਥ ਦਿਓਗੇ, ਜੇ ਐਸਾ ਨਾ ਕਰੋਗੇ ਤਾਂ ਦੁੱਖ ਹੋਵੇਗਾ। 1 ਮਹੀਨੇ ਦੀ ਮੋਹਲਤ ਦਿੱਤੀ ਜਾਂਦੀ ਹੈ ਤੁਹਾਨੂੰ ਕਿ ਜ਼ਰੂਰ ਆਪਣੇ ਹਿਰਦੇ ਦੇ ਵਿਚਾਰ ਪ੍ਰਗਟ ਕਰੋ, ਨਹੀਂ ਤੇ ਪਹਾੜ ਨੂੰ ਸੋਧਣ ਵਾਸਤੇ ਫੌਜ ਭੇਜੀ ਜਾਵੇਗੀ। ਇਸ ਤਰ੍ਹਾਂ ਦੀ ਚਿੱਠੀ ਜਦੋਂ ਸਾਰੇ ਪਹਾੜੀ ਰਾਜਿਆਂ ਨੂੰ ਮਿਲੀ ਤਾਂ ਉਹਨਾਂ ਦੇ ਦਿਲ ਹਿੱਲ ਗਏ। ਉਹ ਪਹਾੜੀਏ ਭੇਡਾਂ ਦੇ ਸਮਾਨ ਸਨ। ਸਤਿਗੁਰੂ ਜੀ ਨੇ ਬਹੁਤ ਯਤਨ ਕੀਤਾ ਕਿ ਉਹਨਾਂ ਨੂੰ ਸ਼ੇਰ ਬਣਾ ਦਿੱਤਾ ਜਾਵੇ, ਪਰ ਭੇਡਾਂ ਹੀ ਰਹੀਆਂ। ਚੰਦਨ ਦੇ ਬਾਗ ਵਿੱਚ ਜਿਵੇਂ ਬਾਂਸ ਕੋਰਾ ਰਹਿ ਜਾਂਦਾ ਹੈ, ਤਿਵੇਂ ਇਹ ਪਹਾੜੀਏ ਅੰਮ੍ਰਿਤ ਰੂਪੀ ਸਤਿਗੁਰੂ ਜੀ ਦੀ ਸ਼ਕਤੀ ਦੇ ਪਾਸੋਂ ਕੋਰੇ ਰਹੇ। ਅਕਾਲ ਪੁਰਖ ਨੇ ਮਿਹਰ ਨਾ ਕੀਤੀ। ਉਹ ਸਾਰੇ ਭੀਮ ਚੰਦ ਦੇ ਕੋਲ ਪੁੱਜੇ, ਵਿਚਾਰਾਂ ਹੋਈਆਂ। ਅੰਤ ਫੈਸਲਾ ਕੀਤਾ ਕਿ ਇੱਕ ਸਾਧੂ ਦੇ ਆਖੇ ਲੱਗ ਕੇ ਰਾਜ ਭਾਗ ਕਿਉਂ ਗਵਾਈਏ। ਸਤਿਗੁਰੂ ਜੀ ਨੂੰ ਇੱਕ ਸਾਧੂ ਹੀ ਗਿਣਦੇ, ਸਾਧ ਹੀ ਗਿਣਦੇ ਸੀ। ਇੱਕ ਸਾਧੂ ਸਤਿਗੁਰੂ ਜੀ ਪਾਸੋਂ ਸਾਨੂੰ ਕੀ ਲਾਭ ਹੋਵੇਗਾ। ਬਾਦਸ਼ਾਹ ਰੰਗਜੇਬ ਡਾਢਾ ਬੰਦਾ ਹੈ, ਉਸਨੇ ਸਾਡੀਆਂ ਹੱਡੀਆਂ ਵੀ ਚੱਬ ਜਾਣੀਆਂ ਹਨ। ਉਸ ਦੇ ਜ਼ੁਲਮ ਕੋਲੋਂ ਚਤੌੜ ਦੀਆਂ ਕੰਧਾਂ ਕੰਬਰ ਗਈਆਂ। ਮਸਰਾ ਦੀਆਂ ਹਜ਼ਾਰਾਂ ਮਣਾਂ ਭਾਰੀਆਂ ਪੱਥਰ ਦੀਆਂ ਸਿਲਾਂ ਅੱਜ ਤੁਰੀਆਂ ਫਿਰਦੀਆਂ ਹਨ। ਛੇਤੀ ਲਿਖੋ, ਅਸੀਂ ਜ਼ਰੂਰ ਬਾਦਸ਼ਾਹ ਸਲਾਮਤ ਦਾ ਸਾਥ ਦੇਵਾਂਗੇ। ਸਤਿਗੁਰੂ ਜੀ ਦੀ ਸਹਾਇਤਾ ਕੀਤੀ ਭੁੱਲ ਗਏ, ਅੱਗੇ ਧੋਖੇ ਵਿੱਚ ਆ ਗਏ। ਖੇਮਾ ਮੰਗੋਗੇ, ਪਤਾ ਨਹੀਂ ਕਿ ਅਲਫ ਖਾਂ ਬਾਦਸ਼ਾਹ ਸਲਾਮਤ ਜਾਂ ਸੂਬੇਦਾਰ ਲਾਹੌਰ ਤੇ ਜੰਮੂ ਵੱਲੋਂ ਆਇਆ ਸੀ। ਬਾਦਸ਼ਾਹ ਸਲਾਮਤ ਅਸਾਂ ਦਾ ਬਾਪ ਹੈ, ਬਾਪ ਪੁੱਤਰਾਂ ਦੀ ਭੁੱਲਾਂ ਬਖਸ਼ਦਾ ਹੈ। ਅੱਗੇ ਫੈਸਲਾ ਹੋ ਗਿਆ। ਪਾਪੀ ਲੋਕ ਸਤਿਗੁਰੂ ਜੀ ਨਾਲ ਬਚਨ ਕਰਕੇ ਫਿਰ ਗਏ। ਬਚਨ ਤੇ ਧਰਮ ਨੂੰ ਭੁੱਲ ਕੇ ਨਰਕਾਂ ਦੇ ਕੀੜੇ ਬਣਨ ਦੀ ਤਿਆਰੀ ਕਰਨ ਲੱਗੇ। ਸੱਚ ਕਹਿੰਦੇ ਹਨ, ਕਮਜ਼ੋਰ ਦਾ ਨਾਂ ਧਰਮ ਹੁੰਦਾ ਹੈ, ਨਾ ਬਚਨ। ਗਿੱਦੜ 4 ਜ਼ਮਾਨੇ ਦੇ ਚਿੱਠੀ ਪੜ੍ਹ ਸੁਣ ਕੇ ਹੀ ਹਥਿਆਰ ਸੁੱਟ ਬੈਠੇ। ਇੱਕ ਸਾਬਤ ਰਿਹਾ ਸੀ ਗਲੇਰ। ਉਸਨੇ ਕਿਹਾ, ਸਤਿਗੁਰੂ ਜੀ ਨਾਲ ਬਚਨ ਕੀਤਾ ਹੈ, ਬਚਨ ਤੋਂ ਮੁਕਰਨਾ ਪੁਰਸ਼ ਦਾ ਕੰਮ ਨਹੀਂ ਹੈ। ਦੇਸ਼ ਸੁਤੰਤਰ ਤੇ ਖੁਸ਼ਹਾਲ ਕਰਨ ਵਾਸਤੇ ਧਰਮ ਦੀ ਰੱਖਿਆ ਕਰਨ ਦੀ ਪ੍ਰਤਿੱਗਿਆ ਕੀਤੀ ਹੈ। ਜੋ ਪੁਰਸ਼ ਪ੍ਰਤਿੱਗਿਆ ਦਾ ਪਾਲਣ ਨਹੀਂ ਕਰਦਾ, ਉਹ ਨਰਕਾਂ ਨੂੰ ਜਾਂਦਾ ਹੈ, ਉਹ ਦੇਸ਼ ਧਰੋਹੀ ਹੈ। ਐਸੇ ਪੁਰਸ਼ ਨੂੰ ਕੀੜੇ ਪੈਂਦੇ ਹਨ, ਲੋਕ ਥੁੱਕਾਂ ਸੁੱਟਦੇ ਹਨ। ਇਤਿਹਾਸ ਲਾਹਣਤਾਂ ਪਾਉਂਦਾ ਹੈ। ਮੈਂ ਤਾਂ ਬਾਦਸ਼ਾਹ ਸਲਾਮਤ ਨਾਲ ਇਸ ਸ਼ਰਤ 'ਤੇ ਸਮਝੌਤਾ ਕਰਨ ਨੂੰ ਤਿਆਰ ਨਹੀਂ ਹਾਂ। ਆਪਣੇ ਸੁੱਖਾਂ ਵਾਸਤੇ ਦੇਸ਼ ਤੇ ਧਰਮ ਨੂੰ ਬਚਨ ਨਹੀਂ, ਵੇਚਣ ਨਹੀਂ ਲੱਗਾ। ਬਸ ਮੈਂ ਜਾ ਰਿਹਾ, ਤੁਸਾਂ ਦਾ ਮੇਰਾ ਮੇਲ ਕੋਈ ਨਹੀਂ। ਤੁਸੀਂ ਧਰਮ ਦਾ ਤਿਆਗ ਕਰ ਰਹੇ ਹੋ। ਇਹ ਆ ਕੇ ਰਾਜਾ ਗਲੇਰ ਤੁਰ ਗਿਆ। ਬਾਕੀ ਸਾਰੇ ਬਾਦਸ਼ਾਹ ਦੇ ਹੱਕ ਵਿੱਚ ਹੋਏ, ਪਰ ਚਿੱਠੀ ਦਾ ਉੱਤਰ ਛੇਤੀ ਨਾ ਲਿਖ ਸਕੇ। ਰਾਜਾ ਭੀਮ ਚੰਦ ਨੇ ਸਾਰਿਆਂ ਨਾਲ 420 ਕੀਤੇ। ਉਹਨਾਂ ਨੂੰ ਆਪਣੀਆਂ ਆਪਣੀਆਂ ਰਿਆਸਤਾਂ ਨੂੰ ਤੋੜ ਕੇ ਆਪ ਉਸਨੇ ਦਿਲਾਵਰ ਖਾਂ ਵੱਲ ਚਿੱਠੀ ਲਿਖੀ। ਮਨ ਮਰਜ਼ੀ ਨਾਲ ਕੁਝ ਰਾਜਿਆਂ ਦੇ ਹੱਕ ਵਿੱਚ ਲਿਖ ਦਿੱਤਾ ਤੇ ਕੁਝ ਦੇ ਖਿਲਾਫ। ਆਪ ਵੱਡਾ ਵਫਾਦਾਰ ਬਣ ਬੈਠਾ। ਨੱਕ ਨਾਲ ਲਕੀਰਾਂ ਕੱਢੀਆਂ, ਮੈਂ ਸਰਕਾਰ ਦਾ ਬੰਦਾ ਹਾਂ, ਸਰਕਾਰ ਮੈਨੂੰ ਖਿਮਾ ਕਰੇ। ਅੱਗੇ ਨੂੰ ਕਦੀ ਭੁੱਲ ਨਹੀਂ ਕੀਤੀ ਜਾਵੇਗੀ। ਉਸ ਦਾ ਫੈਸਲਾ ਸੀ। ਚਿੱਠੀ ਪੂਰੀ ਕਰਕੇ ਭੇਜ ਦਿੱਤੀ। ਆਪ ਅਧਰਮੀ ਬਣ ਗਿਆ। ਸਤਿਗੁਰੂ ਜੀ ਦੇ ਸਾਥੀ ਰਾਜਿਆਂ ਨਾਲ ਗਦਾਰੀ ਕੀਤੀ। ਰਾਜਸੀ ਬਲ ਕਈ ਵਾਰ ਆਦਮੀ ਦੀ ਅਕਲ ਮਾਰ ਦਿੰਦਾ ਹੈ।
ਹੁਣ ਦਿਲਾਵਰ ਖਾਂ ਨੇ ਪਹਾੜੀ ਰਾਜਿਆਂ ਦੀ ਚਿੱਠੀ ਨੂੰ ਪੜ੍ਹਿਆ। ਚਿੱਠੀ ਨੂੰ ਕਿਸੇ ਕਿਸਮ ਦੀ ਲੜਾਈ ਦੀ ਤਿਆਰੀ ਕਰਨ ਦਾ ਪਤਾ ਦਿੱਤੇ ਬਿਨਾਂ ਹੀ ਉਸਨੇ ਆਪਣੇ ਲੜਕੇ ਨੂੰ ਇੱਕ ਤਕੜਾ ਫੌਜੀ ਦਸਤਾ ਦੇ ਕੇ ਸਤਿਗੁਰੂ ਜੀ ਵੱਲ ਤੋਰ ਦਿੱਤਾ। ਉਹ ਮੰਜ਼ਲੋਂ ਮੰਜ਼ਲੀ ਦਰਿਆ ਸਤਲੁਜ ਦੇ ਕਿਨਾਰੇ ਪੁੱਜਾ। 2-3 ਦਿਨ ਉਡੀਕਦਾ ਰਿਹਾ ਕਿ ਹਿੰਦੂ ਰਾਜੇ ਉਹਨਾਂ ਨਾਲ ਆ ਕੇ ਰਲਦੇ ਹਨ ਕਿ ਨਹੀਂ, ਪਰ ਰਾਜੇ ਭੀਮ ਚੰਦ ਦੀ ਚਲਾਕੀ ਦੇ ਕਾਰਨ ਉਹਦੀ ਸਹਾਇਤਾ ਕਿਸੇ ਨੇ ਨਾ ਕੀਤੀ। ਉਸ ਨੂੰ ਲੋਕਾਂ ਇਹ ਵੀ ਦੱਸਿਆ ਕਿ ਸਤਿਗੁਰੂ ਜੀ ਨਾਲ ਤੇਰਾ ਯੁੱਧ ਕਰਨਾ ਔਖਾ ਹੈ। ਉਹ ਮਹਾਬਲੀ ਅਤੇ ਕਰਾਮਾਤੀ ਹਨ, ਉਹਨਾਂ ਕੋਲ ਚੁਣਵੇਂ ਜਵਾਨ ਹਨ, ਪਰ ਚੜ੍ਹਦੀ ਜਵਾਨੀ ਪਠਾਨ ਜ਼ਿਆਦਾ ਰੁਕ ਨਾ ਸਕਿਆ। ਉਸ ਨੇ ਅਨੰਦਪੁਰ ਦੇ ਉੱਤੇ ਹਮਲਾ ਕਰਨ ਦੀ ਨੀਤ ਪੱਕੀ ਕਰ ਲਈ ਅਤੇ ਰਾਤ ਦੇ ਸਮੇਂ ਦਰਿਆ ਸਤਲੁਜ ਤੋਂ ਪਾਰ ਹੋਣਾ ਆਰੰਭਿਆ। ਇਸ ਬਾਰੇ ਸਤਿਗੁਰੂ ਜੀ ਆਪ ਬਚਿੱਤਰ ਨਾਟਕ ਵਿੱਚ ਫਰਮਾਉਂਦੇ ਹਨ। ਕਹਿੰਦੇ ਤਵੇ ਲੋ ਖਾਨ ਦਲਾਵਰ ਆਏ, ਪੂਤ ਆਪਨ ਹਮ ਔਰ ਪਠਾਏ। ਦਵੈਕ ਘਰੀ ਬੀਤੇ ਨਿਸ ਭਜੇ, ਜਵੇ ਚੜ੍ਹਤ ਕਰੀ ਖਾਨਨ ਮਿਲ ਤਵੇ। जब दल पार नदी के आओ, आन आलमो हमें जगाओ। शोर परा सब ही नर जागे, गह गह शास्त्र वीर रस पागे। छूटन लगी तपंगी तब ही, गह गह शास्त्र रसाने जब ही। कूकर भांत तन करी पकारा, सूर सुना सरत के पारा। दिलावर खां एक सी, ਉਸਨੇ ਆਪਣੇ ਪੁੱਤਰ ਨੂੰ ਅਸਾਂ ਵੱਲ ਭੇਜਿਆ। ਜਦੋਂ ਅਸਾਂ ਨੂੰ ਖਬਰ ਮਿਲੀ ਉਸ ਵੇਲੇ 2 ਘੜੀ ਰਾਤ ਬੀਤ ਚੁੱਕੀ ਸੀ। ਇਹ ਦੱਸਿਆ ਸੀ ਕਿ ਖਾਨ ਚੜ੍ਹ ਕੇ ਆ ਗਿਆ ਹੈ। ਉਸ ਵੇਲੇ ਦਲ ਨਦੀ ਸਤਲੁਜ ਤੋਂ ਪਾਰ ਸੀ। ਰੌਲਾ ਪੈ ਗਿਆ ਅਤੇ ਮਸਾਲਾਂ ਜਗ ਰਹੀਆਂ ਸਨ। ਜਿਸ ਵੇਲੇ ਨਦੀ ਤੋਂ ਪਾਰ ਅਰਾਰ ਆ ਗਏ ਤਾਂ ਅਸਾਂ ਨੂੰ ਮੁੜ ਕੇ ਜਗਾਇਆ ਗਿਆ। ਉਸ ਵੇਲੇ ਇੰਨਾ ਰੌਲਾ ਪੈ ਗਿਆ ਕਿ ਸਾਰੇ ਸੁੱਤੇ ਜਾਗ ਉੱਠੇ, ਕੋਠਿਆਂ ਉੱਤੇ ਚੜ੍ਹ ਗਏ। ਉਸ ਵੇਲੇ ਜੋ ਸੂਰਮੇ ਸਨ ਉਹ ਸ਼ਸਤਰ ਫੜ ਫੜ ਕੇ ਬੈਰੀ ਵੱਲ ਨੱਸਣ ਲੱਗੇ। ਉਸ ਵੇਲੇ ਬੰਦੂਕਾਂ ਵੀ ਚੱਲਣ ਲੱਗ ਪਈਆਂ। ਸਾਰੇ ਸ਼ਸਤਰਾਂ ਨੂੰ ਸਜਾ ਰਹੇ ਸਨ। ਪਰ ਚੱਜ ਹੀ ਸਮਾਂ ਸੀ ਨਦੀ ਤੋਂ ਪਾਰ, ਪਰ ਰੌਲਾ ਹੀ ਰੌਲਾ ਸੀ। ਜੋ ਸਾਧ ਸੰਗਤ ਇੱਥੇ ਜਿਹੜੇ ਪਹਾੜੀ ਰਾਜੇ ਸੀ ਉਹ ਹਾਰੇ। ਸਤਿਗੁਰੂ ਜੀ ਜਿੱਤ ਹੋਈ ਅਤੇ ਸਤਿਗੁਰੂ ਜੀ ਦੇ ਬਲ ਨਹੀਂ ਹੋਏ ਅਤੇ ਰੰਗਜੇ ਬਲ ਹੋ ਗਏ ਸਾਰੇ ਪਹਾੜੀ ਰਾਜੇ। ਇਸ ਕਰਕੇ ਸਤਿਗੁਰੂ ਜੀ ਦੇ ਨਾਲ ਬਹੁਤ ਵੱਡਾ ਬੈਰ ਰੱਖਦੇ ਸੀ ਅਤੇ 9ਵੇਂ ਪਾਤਸ਼ਾਹ ਦੇ ਵੀ ਸੀਸ ਉਹਨਾਂ ਨੇ ਲਿਆ ਸੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।